ਜੁਗੋ ਜੁਗੋ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਜੀ ਗੋਦ ਆਨੰਦ ਮੰਨਦੇ ਗੁਰੂ ਰੂਪ ਪਿਆਰੀ ਸਤ ਸੰਗਤ ਜੀਓ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਚ ਲਵਾਈਏ ਹਾਜ਼ਰੀਆਂ। ਹਾਜ਼ਰੀਆਂ ਲਵਾਉਂਦਿਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਗੱਜ ਕੇ ਬੋਲਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤ ਸੰਗਤ, ਜਦੋਂ ਇਹ ਮਨ ਉਸ ਪਰਮਾਤਮਾ ਦੀ ਨਜ਼ਰ ਚ ਆਉਂਦਾ ਹੈ, ਉਹ ਪਰਮਾਤਮਾ ਇਸ ਮਨ ਤੇ ਕਿਰਪਾ ਕਰਦਾ ਹੈ। ਕੈਸੀ ਕਿਰਪਾ ਕਰਦਾ ਹੈ? ਆਪਾਂ ਗੁਰਬਾਣੀ ਚੋਂ ਪੜ੍ਹਦੇ ਹਾਂ, ਤੁਮਰੀ ਕਿਰਪਾ ਤੇ ਮਾਨੁਖ ਤੇ ਪਈ ਹੈ। ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਮਨ ਨੂੰ ਫਿਰ ਮਨੁੱਖ ਦੇ ਸਰੀਰ ਦੀ ਪ੍ਰਾਪਤੀ ਹੁੰਦੀ ਹੈ। ਇਹ ਮਨੁੱਖ ਦੇ ਸਰੀਰ ਵਿੱਚ ਪਹੁੰਚਦਾ ਹੈ। ਜਦੋਂ ਇਹ ਮਨੁੱਖ ਦੇ ਸਰੀਰ ਵਿੱਚ ਪਹੁੰਚਦਾ ਹੈ ਤੇ ਧਿਆਨ ਦੇਣਾ, ਫਿਰ ਇਸ ਨੂੰ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਨਮ ਇਸ ਮਨ ਨੇ ਬੜੇ ਲਏ ਪਰ ਕਿਤੇ ਗੁਰੂ ਨਹੀਂ ਮਿਲਿਆ। ਮਨੁੱਖ ਦੇ ਸਰੀਰ ਵਿੱਚ ਜਦੋਂ ਇਹ ਮਨ ਪਹੁੰਚਦਾ ਤੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੀ ਪ੍ਰਾਪਤੀ ਕਿਉਂ ਹੁੰਦੀ ਹੈ? ਕਿਉਂਕਿ ਉਸ ਪਰਮਾਤਮਾ ਨੇ ਇਸ ਮਨ ਨੂੰ ਕਿਰਪਾ ਦੇ ਵਿੱਚ ਸਰੀਰ ਦੇ ਨਾਲ ਨਾਲ ਸੋਝੀ ਬਖਸ਼ਿਸ਼ ਕੀਤੀ ਹੈ। ਇਹ ਸਮਝ ਸਕਦਾ ਹੈ ਤੇ ਧਿਆਨ ਦੇਣਾ, ਜਿੱਥੇ ਸਮਝ ਸਕਦਾ, ਜਿੱਥੇ ਸੋਝੀ ਇਹਨੂੰ ਮਿਲੀ ਹੈ, ਉੱਥੇ ਫਿਰ ਗੁਰੂ ਮਿਲਦਾ ਹੈ, ਤਾਂ ਕਿ ਇਹਨੂੰ ਸੋਝੀ ਦੇ ਸਕੇ, ਤਾਂ ਕਿ ਇਸ ਨੂੰ ਪਤਾ ਲੱਗੇ ਮਨ ਨੂੰ ਕਿ ਮੇਰਾ ਰੂਪ ਕੀ ਹੈ, ਉਹ ਮੈਂ ਕਿੱਥੋਂ ਆਇਆ ਤੇ ਮੈਂ ਕਿੱਥੇ ਜਾਣਾ ਤੇ ਕਿੱਥੇ ਜਾ ਸਕਦਾ। ਇਹ ਦਾਤ ਇਹਨੂੰ ਗੁਰੂ ਚਰਨਾਂ ਵਿੱਚੋਂ ਪ੍ਰਾਪਤ ਹੁੰਦੀ ਹੈ। ਹੁਣ ਧਿਆਨ ਦੇਣਾ, ਗੁਰੂ ਸਾਹਿਬ ਨੇ ਇਸ ਮਨ ਨੂੰ ਸਮਝਾਉਣ ਲੱਗੇ, ਕਹਿੰਦੇ ਮਨਾਂ ਵਿਚਾਰ ਕਰਕੇ ਦੇਖ। ਕਹਿੰਦਾ ਕੈਸੀ ਵਿਚਾਰ ਕਰਾਂ? ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ 626 ਅੰਗ ਦੇ ਉੱਤੇ ਪੜ੍ਹ ਕੇ ਦੇਖਿਓ ਕੀ ਲਿਖਿਆ ਉਹਨਾਂ ਨੇ। ਉਸ ਮਨ ਨੂੰ ਉਪਦੇਸ਼ ਦੇਣ ਲੱਗੇ, ਸਮਝਾਉਣ ਲੱਗੇ, ਕਹਿੰਦੇ ਤਾਪ ਗਵਾਇਆ ਗੁਰਪੂਰੇ। ਹੁਣ ਇੱਥੇ ਆਪਾਂ ਵਿਚਾਰ ਕਰਨੀ ਹੈ। ਗੁਰੂ ਜੀ ਕਹਿੰਦੇ ਤਾਪ ਗਵਾਇਆ ਗੁਰਪੂਰੇ। ਕਿਹੜਾ ਤਾਪ? ਇੱਥੇ ਤਾਪ ਸਰੀਰ ਦੇ ਤਾਪ ਦੀ ਗੱਲ ਨਹੀਂ ਕੀਤੀ। ਗੁਰੂ ਸਾਹਿਬ ਸਮਝਾਉਂਦੇ, ਕਹਿੰਦੇ ਜਿਵੇਂ ਸਾਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ, ਕੋਈ ਤਕਲੀਫ ਆ ਜਾਂਦੀ ਹੈ, ਤੇ ਅਸੀਂ ਵੈਦ ਕੋਲ ਜਾਂਦੇ ਹਾਂ, ਡਾਕਟਰ ਕੋਲ ਜਾਂਦੇ ਹਾਂ। ਉਹ ਵੈਦ, ਉਹ ਡਾਕਟਰ ਸਾਨੂੰ ਜਦੋਂ ਵੇਖਦਾ ਹੈ ਤਾਂ ਸਭ ਤੋਂ ਪਹਿਲਾਂ ਚੈੱਕ ਕਰਦਾ, ਟੈਸਟ ਕਰਦਾ ਵੀ ਹੋਇਆ ਕੀ ਹੈ। ਜੋ ਫਿਰ ਵੈਦ ਕਹਿੰਦਾ ਵੀ ਤੈਨੂੰ ਬੁਖਾਰ ਹੋ ਗਿਆ, ਟਾਈਫਾਇਡ ਹੋ ਗਿਆ, ਨਮੂਨੀਆ ਹੋ ਗਿਆ। ਕਿਹੜਾ ਬੁਖਾਰ ਹੋ ਗਿਆ, ਉਸ ਬੁਖਾਰ ਦੇ ਅਕੋਰਡਿੰਗ, ਉਹਦੇ ਮੁਤਾਬਕ ਫਿਰ ਸਾਨੂੰ ਦਵਾਈ ਦਿੰਦਾ। ਤੇ ਵਿਚਾਰ ਕਰਨਾ ਇਸ ਚੀਜ਼ ਨੂੰ ਗੁਰੂ ਨਾਨਕ ਪਾਤਸ਼ਾਹ ਵੀ ਸਮਝਾਉਂਦੇ ਆ। ਨਾਨਕ ਪਾਤਸ਼ਾਹ ਕਹਿੰਦੇ ਵੀ ਇੱਕ ਵਾਰੀ ਇਹ ਸਮਾਂ ਮੇਰੇ ਤੇ ਵੀ ਆਇਆ। ਪੁੱਛਿਆ ਕਿਵੇਂ? ਉਹ ਕਹਿਣ ਲੱਗੇ ਵੀ ਘਰਦਿਆਂ ਨੂੰ ਹੋ ਗਿਆ ਕਿ ਵੀ ਨਾਨਕ ਬੋਲਦਾ ਨਹੀਂ ਬਹੁਤਾ। ਉਹਨਾਂ ਸੋਚਿਆ ਵੀ ਖਰੇ ਗੁਰੂ ਨਾਨਕ ਪਾਤਸ਼ਾਹ ਬਿਮਾਰ ਹੋ ਗਏ, ਤੇ ਪਿਤਾ ਜੀ ਨੇ ਵੈਦ ਨੂੰ ਬੁਲਾ ਲਿਆ ਤਾਂ ਕਿ ਪਤਾ ਕਰੀਏ ਵੀ ਕੀ ਪ੍ਰੋਬਲਮ ਆਈ ਹੈ, ਦਵਾਈ ਦਵਾਈ ਜਾਵੇ। ਤੇ ਗੁਰੂ ਨਾਨਕ ਪਾਤਸ਼ਾਹ ਲਿਖਦੇ ਬਾਣੀ ਅੰਦਰ, ਕਹਿੰਦੇ ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਪਾ। ਕਹਿੰਦੇ ਵੀ ਮੇਰੇ ਪਿਤਾ ਜੀ ਨੇ ਵੈਦ ਨੂੰ ਬੁਲਾ ਲਿਆ। ਤੇ ਵੈਦਗੀ ਪਤਾ ਕਿਹਨੂੰ ਕਹਿੰਦੇ? ਦਵਾਈ ਦੇਣ ਲਈ। ਕਹਿੰਦੇ ਮੇਰੇ ਪਿਤਾ ਜੀ ਨੇ ਵੈਦ ਨੂੰ ਬੁਲਾ ਲਿਆ ਦਵਾਈ ਦੇਣ ਲਈ। ਵੈਦ ਆਇਆ, ਪਕੜ ਢੰਡੋਲੇ ਬਾਂਹ। ਕਹਿੰਦੇ ਉਹਨੇ ਮੇਰੀ ਬਾਂਹ ਫੜੀ, ਤੇ ਬਾਂਹ ਫੜ ਕੇ ਕੀ ਲੱਭਣ ਲੱਗਾ? ਢੰਡੋਲੇ ਦਾ ਪਾਵਾ ਲੱਭਣ ਲੱਗਾ। ਉਹ ਲੱਭਣ ਲੱਗਾ ਵੀ ਹੋਇਆ ਕੀ ਹੈ। ਜਦੋਂ ਉਹਨੇ ਬਾਂਹ ਫੜੀ ਤੇ ਬਾਂਹ ਫੜ ਕੇ ਨਾ, ਤੇ ਵਿਚਾਰ ਕਰਿਓ, ਉਹ ਕਹਿਣ ਲੱਗਾ ਪਿਤਾ ਜੀ ਨੂੰ, ਕਹਿੰਦੇ ਵੀ ਨਾਨਕ ਨੂੰ ਕੁਝ ਨਹੀਂ ਹੋਇਆ, ਨਾਨਕ ਤੰਦਰੁਸਤ ਹੈ, ਨਾਨਕ ਨੂੰ ਕੁਝ ਨਹੀਂ ਹੋਇਆ। ਜਦੋਂ ਇੰਨੀ ਗੱਲ ਕਹੀ ਵੀ ਨਾਨਕ ਨੂੰ ਕੁਝ ਵੀ ਨਹੀਂ ਹੋਇਆ, ਤੇ ਪਿਤਾ ਕਾਲੂ ਜੀ ਬੜੇ ਪਰੇਸ਼ਾਨ ਹੋਏ ਵੀ ਕਾਫੀ ਦਿਨਾਂ ਤੋਂ ਬੋਲਦੇ ਨਹੀਂ ਸਾਡੇ ਨਾਲ, ਚੁੱਪ ਚੁੱਪ ਰਹਿੰਦੇ ਆ। ਜੇ ਕਿਤੇ ਕੋਈ ਬਿਮਾਰ, ਕੋਈ ਬੁਖਾਰ ਕੁਝ ਹੋਇਆ ਹੋਵੇ, ਤੁਸੀਂ ਕਹਿੰਦੇ ਕੁਝ ਵੀ ਨਹੀਂ ਹੋਇਆ। ਤੂੰ ਕਹਿਣ ਲੱਗਾ ਨਹੀਂ, ਨਾਨਕ ਨੂੰ ਕੁਝ ਨਹੀਂ ਹੋਇਆ। ਤੇ ਗੁਰੂ ਨਾਨਕ ਪਾਤਸ਼ਾਹ ਪਤਾ ਕੀ ਕਹਿੰਦੇ? ਧਿਆਨ ਦੇਣ ਵਾਲੀ ਗੱਲ ਹੈ। ਕਹਿੰਦੇ ਭੋਲਾ
ਵੈਦ ਨਾ ਜਾਣੇ ਕਰਕ ਕਲੇਜੇ ਮਾਂ। ਕਹਿੰਦੇ ਭੋਲਾ ਵੈਦ ਆ। ਭੋਲੇ ਦਾ ਭਾਵ ਕੀ ਹੁੰਦਾ? ਅਣਜਾਣ। ਇਸ ਲਈ ਆਪਾਂ ਨਹੀਂ ਕਹਿੰਦੇ ਸਾਡਾ ਬੱਚਾ ਭੋਲਾ, ਇਹਨੂੰ ਪਤਾ ਨਹੀਂ ਇਸ ਗੱਲ ਦਾ। ਉਹ ਨਾਨਕ ਪਾਤਸ਼ਾਹ ਕਹਿੰਦੇ ਵੈਦ ਭੋਲਾ ਅਣਜਾਣ ਕੁਛ ਨਹੀਂ ਜਾਣਦਾ। ਕਹਿੰਦੇ ਕੀ ਨਹੀਂ ਜਾਣਦਾ? ਕਿ ਰੱਬ ਦੇ ਪਿਆਰਿਆਂ ਦੇ ਅੰਦਰ ਕਲੇਜੇ 'ਚ ਦਰਦ ਹੁੰਦੀ ਹੈ। ਕਲੇਜੇ 'ਚ ਦਰਦ ਹੁੰਦੀ, ਕਲੇਜੇ 'ਚ ਪੀੜਾ ਹੁੰਦੀ ਹੈ, ਸਰੀਰ 'ਚ ਨਹੀਂ ਹੁੰਦੀ। ਕਹਿੰਦੇ ਇਹਨੂੰ ਪਤਾ ਹੀ ਨਹੀਂ, ਇਹਨੂੰ ਪਤਾ ਲੱਗਾ ਹੀ ਨਹੀਂ। ਹੁਣ ਇੱਥੇ ਵਿਚਾਰ ਕਰਨਾ ਵੀ ਉਹਨੂੰ ਕਿਸੇ ਰੋਗ ਦਾ ਪਤਾ ਲੱਗਦਾ ਤੇ ਉਹ ਦਵਾਈ ਦੇ ਦਿੰਦਾ। ਉਹਨੂੰ ਰੋਗ ਦਾ ਪਤਾ ਲੱਗਣਾ, ਇਹਨੂੰ ਦਵਾਈ ਦੇਣੀ ਕੀ ਸੀ? ਉਹ ਵਿਚਾਰਾ ਕਹਿੰਦਾ ਜੀ ਨਾਨਕ ਨੂੰ ਕੁਛ ਨਹੀਂ ਹੈ। ਨਾਨਕ ਬਿਲਕੁਲ ਠੀਕ ਠਾਕ ਹੈ। ਕਹਿੰਦੇ ਠੀਕ ਹੈ। ਹੁਣ ਵਿਚਾਰ ਕਰਨਾ, ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਆ, ਪੰਜਵੇਂ ਨਾਨਕ ਕਹਿੰਦੇ ਤਾਪ ਗਵਾਇਆ। ਉਹ ਉੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਨੂੰ ਕੁਝ ਬੁਖਾਰ ਸੀਗਾ ਹੀ ਨਹੀਂ, ਮੇਰੇ ਸਰੀਰ ਨੂੰ ਕੋਈ ਪ੍ਰੋਬਲਮ ਸੀਗੀ ਨਹੀਂ, ਪਰ ਉਸਨੂੰ ਵੈਦ ਨੂੰ ਪਤਾ ਲੱਗਾ ਹੀ ਨਹੀਂ ਕਿ ਮੇਰੇ ਪੀੜ ਕਿੱਥੇ ਆ, ਮੇਰੇ ਦਰਦ ਕਿੱਥੇ ਆ, ਮੈਨੂੰ ਬੇਦਨ ਕਿੱਥੇ ਆ, ਉਹਨੂੰ ਨਹੀਂ ਪਤਾ ਲੱਗਾ। ਪਰ ਵਿਚਾਰ ਕਰਨਾ, ਇੱਥੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤਾਪ ਗਵਾਇਆ। ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨੂੰ ਤਾਪ ਹੈਗਾ, ਇਹਨੂੰ ਕੋਈ ਪ੍ਰੋਬਲਮ ਹੈਗੀ ਹੈ, ਤਕਲੀਫ ਹੈਗੀ ਹੈ। ਹੁਣ ਹੈਰਾਨਗੀ ਵਾਲੀ ਗੱਲ ਹੈ, ਜਦੋਂ ਵੈਦ ਨੂੰ ਪੁੱਛਿਆ ਵੀ ਨਾਨਕ ਨੂੰ ਕੀ ਹੈ, ਉਹਨੇ ਕਿਹਾ ਕੁਛ ਨਹੀਂ, ਤੇ ਦਵਾਈ ਦੇਵਾਂ ਕਾਹਦੀ? ਜੇ ਕੋਈ ਰੋਗ ਲੱਭਦਾ ਤੇ ਦਵਾਈ ਦਿੰਦਾ ਵੈਦ। ਹੁਣ ਇੱਥੇ ਧਿਆਨ ਦੇਣਾ ਵੀ ਇੱਥੇ ਗੁਰੂ ਸਾਹਿਬਾਨ ਕਹਿੰਦੇ ਤਾਪ ਗਵਾਇਆ, ਇਹਦਾ ਮਤਲਬ ਤਾਪ ਹੈਗਾ ਨਾ, ਤਾਂ ਹੀ ਦੂਰ ਹੋਇਆ ਨਾ। ਗਵਾਇਆ ਦਾ ਮਤਲਬ ਕਿ ਦੂਰ ਹੋਣਾ। ਕਹਿੰਦੇ ਤਾਪ ਗਵਾਇਆ ਗੁਰਪੂਰੇ। ਹੁਣ ਗੁਰਪੂਰੇ ਕਿਉਂ ਲਿਖਿਆ? ਗੁਰਪੂਰੇ, ਗੁਰੂ ਤੇ ਹਮੇਸ਼ਾ ਹੀ ਪੂਰਨ ਹੁੰਦਾ। ਪਰ ਵਿਚਾਰ ਕਰਨਾ, ਇੱਕ ਗੁਰੂ ਸਕੂਲੇ ਮਾਸਟਰ ਪੜ੍ਹਾਉਂਦਾ, ਉਹ ਵੀ ਗੁਰੂ ਹੈ। ਇੱਕ ਗੁਰੂ ਕੋਈ ਮਕੈਨਿਕੀ ਜਾਣਦਾ ਹੈ ਤੇ ਕਿਸੇ ਨੂੰ ਮਕੈਨਿਕੀ ਸਿਖਾਉਂਦਾ, ਉਹ ਵੀ ਗੁਰੂ ਹੈ। ਇੱਕ ਗੁਰੂ ਡਰਾਈਵਰੀ ਜਾਣਦਾ, ਉਹ ਵੀ ਗੁਰੂ ਹੈ, ਕਿਉਂਕਿ ਡਰਾਈਵਰੀ ਜਾਣਦਾ, ਡਰਾਈਵਰੀ ਸਿਖਾਉਂਦਾ। ਪਰ ਧਿਆਨ ਦਿਓ, ਉਹ ਗੁਰੂ ਜਿਹੜਾ ਹੈ ਨਾ, ਉਹ ਡਰਾਈਵਰੀ ਜਾਣਦਾ ਹੈ, ਉਹ ਗੁਰੂ ਪੜ੍ਹਾਉਣਾ ਜਾਣਦਾ ਹੈ। ਪਰ ਵਿਚਾਰ ਕਰਨਾ, ਇੱਥੇ ਲਿਖਿਆ ਗੁਰਪੂਰੇ। ਕਹਿੰਦੇ ਇਹ ਜਿਹੜਾ ਗੁਰੂ ਹੈ ਨਾ, ਇਹਦੇ ਅੰਦਰ ਪੂਰਨ ਪ੍ਰਕਾਸ਼ ਹੈ। ਪੂਰਨ ਪ੍ਰਕਾਸ਼ ਆ। ਕਹਿੰਦਾ ਭਾਵ ਕਿ ਜਿਹੜਾ ਵੈਦ ਗੁਰੂ ਹੈ, ਜਿਹੜਾ ਟੀਚਰ ਗੁਰੂ ਹੈ, ਉਹਨੂੰ ਕੁਝ ਸਮੇਂ ਬਾਰੇ ਪਤਾ ਹੈ ਕਿ ਇਹਨੂੰ ਬਿਮਾਰੀ ਲੱਗੀ ਹੈ, ਇਹਨੂੰ ਆਹ ਪ੍ਰੋਬਲਮ ਹੈ, ਇਹਨੂੰ ਆਹ ਚੀਜ਼ ਚਾਹੀਦੀ ਹੈ। ਪਰ ਪੂਰਨ ਗੁਰੂ ਕਿਹੜਾ ਹੈ? ਜਿਹਨੂੰ ਪੂਰਾ ਪਤਾ ਹੈ ਇਹ ਬਿਮਾਰੀ ਲੱਗੀ ਕਿੱਥੋਂ, ਇਹ ਬਿਮਾਰੀ ਸ਼ੁਰੂ ਕਿੱਥੋਂ ਹੋਈ ਹੈ। ਗੁਰੂ ਸਾਹਿਬਾਨ ਕਹਿੰਦੇ ਗੁਰਪੂਰੇ, ਕਹਿੰਦੇ ਪੂਰਨ ਗੁਰੂ ਹੈ, ਪ੍ਰਕਾਸ਼ਿਤ ਗੁਰੂ ਹੈ, ਜਿਹਨੂੰ ਇਸ ਗੱਲ ਦਾ ਪਤਾ ਹੈ। ਹੁਣ ਇੱਥੇ ਆਪਾਂ ਵਿਚਾਰ ਕਰਨਾ ਕਿ ਪਤਾ ਕਾਹਦਾ ਹੈ, ਕਿਹੜਾ ਬੁਖਾਰ ਸਾਨੂੰ ਚੜ੍ਹਿਆ, ਠੀਕ ਹੈ ਨਹੀਂ, ਕੀ ਸਾਨੂੰ ਪ੍ਰੋਬਲਮ ਆਈ ਹੈ ਜਿਹਦੀ ਸਾਨੂੰ ਗੁਰੂ ਜੀ ਦਵਾਈ ਦੇਣ ਲੱਗੇ। ਤੇ ਗੁਰੂ ਸਾਹਿਬਾਨ ਨੇ ਬਾਣੀ 'ਚ ਲਿਖਿਆ, ਆਪ ਜੀ ਬਾਣੀ 'ਚ ਪੜ੍ਹ ਕੇ ਦੇਖਿਆ ਕਰੋ, 618 ਅੰਗ ਦੇ ਉੱਤੇ ਗੁਰੂ ਜੀ ਕਹਿਣ ਲੱਗੇ ਜਿਵੇਂ ਉਹ ਵੈਦ ਡਾਕਟਰ ਬਿਮਾਰੀ ਦਾ ਇਲਾਜ ਕਰਦਾ ਨਾ, ਉਹਨੂੰ ਵੈਦ ਕਹਿੰਦੇ। ਕਹਿੰਦੇ ਗੁਰੂ ਪੂਰਨ ਗੁਰੂ ਜਿਹੜਾ ਹੈ ਮਨ ਦੀ ਬਿਮਾਰੀ ਦਾ ਇਲਾਜ ਕਰਦਾ ਹੈ, ਤੇ ਇਹਨੂੰ ਵੀ ਵੈਦ ਕਹਿੰਦੇ। ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦ, ਹਰ ਹਰ ਨਾਮ ਔਖਦ ਮੁਖ ਦੇਵੇ ਘਟ ਜਮ ਕੀ ਬੰਦਾ। ਦੇਖੋ ਕਹਿੰਦੇ ਜਿਹੜਾ ਮੇਰਾ ਗੁਰੂ ਹੈ ਨਾ, ਇਹ ਵੀ ਵੈਦ ਹੈ। ਮੇਰਾ ਵੈਦ ਗੁਰੂ ਗੋਬਿੰਦ, ਇਹ ਵੈਦ ਆ। ਔਰ ਇਹਨੂੰ ਪਤਾ ਹੈ ਕਿ ਇਸ ਮਨ ਨੂੰ ਬਿਮਾਰੀ ਕੀ ਹੈ, ਇਸ ਮਨ ਨੂੰ ਤਾਪ ਕਿਹੜਾ ਚੜਿਆ ਹੈ, ਇਸ ਮਨ ਨੂੰ ਪ੍ਰੋਬਲਮ ਕੀ ਆਈ ਹੈ। ਗੁਰੂ ਪਿਆਰਿਓ, ਆਪ ਜੀ ਵਿਚਾਰ ਕਰਨਾ, ਸਾਡੀ ਜਿਹੜੀ ਬੋਡੀ ਹੈ ਨਾ, ਬੋਡੀ ਇਹਦਾ ਟੈਂਪਰੇਚਰ ਹੈ, ਇਹਦਾ ਤਾਪਮਾਨ ਹੈ, ਠੀਕ ਹੈ। ਉਹ ਤਾਪਮਾਨ ਹੈ 98 ਡਿਗਰੀ। ਔਰ ਉਹ ਤੋਂ ਵੱਧ ਜਾਵੇ ਤੇ ਕੀ ਹੁੰਦਾ, ਕੀ ਹੈ, ਸਾਡੀ ਬੋਡੀ ਕੰਮ ਕਰਨੋਂ ਹਟ ਜਾਂਦੀ ਹੈ। 100 ਤੋਂ ਟੱਪ ਜਾਂਦਾ ਨਾ ਤੇ ਬੰਦਾ ਲੰਮੇ ਪੈ ਜਾਂਦਾ, ਉਹਦਾ ਸਰੀਰ ਕੰਮ ਨਹੀਂ ਕਰਦਾ। ਕੀ ਕਹਿੰਦਾ, ਲੰਮੇ ਪਈਏ, ਹੁਣ ਕੀ ਗੱਲ ਹੋ ਗਈ, ਮੈਨੂੰ ਬੁਖਾਰ ਹੈ। ਚੈੱਕ ਕੀਤਾ, ਕਈ ਵਾਰੀ ਦੇਖਿਓ ਤੁਸੀਂ, ਇੰਨਾ ਬੁਖਾਰ ਹੁੰਦਾ ਹੈ, ਆਪਾਂ ਡਾਕਟਰ ਕੋਲ ਜਾਂਦੇ ਹਾਂ, ਡਾਕਟਰ ਸਾਹਿਬ ਪਹਿਲਾਂ ਚੈੱਕ ਕਰਦਾ ਬੁਖਾਰ ਕਿੰਨਾ, ਕੀ ਕਹਿੰਦਾ, ਤੁਸੀਂ ਤੁਰ ਕੇ ਕਿੱਦਾਂ ਆ ਗਏ, ਇੰਨਾ ਬੁਖਾਰ, ਤੁਸੀਂ ਤੁਰ ਕੇ ਕਿੱਦਾਂ ਆ ਗਏ। ਕੀ ਹੈ, ਉਹਦਾ ਇਸ਼ਾਰਾ ਹੈ ਕਿ ਇਸ ਬੁਖਾਰ
ਦੇ ਵਿੱਚ ਤੁਸੀਂ ਤੁਰ ਨਹੀਂ ਸਕਦੇ, ਇੰਨਾ ਬੁਖਾਰ ਦੇ ਵਿੱਚ ਬੋਡੀ ਜਿਹੜੀ ਹੈ ਖਲੋ ਜਾਂਦੀ ਹੈ, ਤੁਰ ਨਹੀਂ ਸਕਦੀ। ਇਹ ਤਾਂ ਮਤਲਬ ਲਿਮਟ ਹੈ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਜਿੱਦਾਂ ਸਰੀਰ ਦੇ ਵਿੱਚ ਟੈਂਪਰੇਚਰ ਦੀ, ਤਾਪਮਾਨ ਦੀ ਲਿਮਟ ਹੈ, ਇੱਦਾਂ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੀ ਵੀ ਲਿਮਟ ਹੈ। ਉਹਦਾ ਵੀ ਇੱਕ ਡਿਗਰੀ ਤੱਕ ਤਾਪਮਾਨ ਰਹਿਣਾ ਚਾਹੀਦਾ। ਦੇਖਿਓ ਆਪਾਂ ਲੋਕ ਕਹਿੰਦੇ ਜ਼ਰੂਰ ਆ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਮਾਰੋ, ਇਹ ਮਰਦੇ ਨਹੀਂ ਹੈ। ਕਿਸੇ ਤੇ ਨਹੀਂ ਮਰੇ ਅਜੇ ਤੱਕ, ਤੇ ਨਾ ਮਰਨਾ ਹੀ ਹੈ। ਸਿਰਫ ਇਹਨਾਂ ਨੂੰ ਟੈਂਪਰੇਚਰ ਬਰਾਬਰ ਰੱਖਣਾ ਚਾਹੀਦਾ, ਕਹਿੰਦਾ ਭਾਵ ਸੀਮਾ 'ਚ ਰੱਖਣਾ ਚਾਹੀਦਾ। ਇਹ ਅਸੀਮ ਹੋ ਜਾਣ ਤੇ ਦੇਖਿਓ ਕੀ ਹੁੰਦਾ ਹੈ, ਬੁਖਾਰ ਜ਼ਿਆਦਾ ਚੜ੍ਹ ਗਿਆ, 100 ਤੋਂ ਵੱਧ ਗਿਆ, ਤੇ ਬੋਡੀ ਤੁਰ ਨਹੀਂ ਸਕਦੀ, ਕੰਮ ਕਰ ਨਹੀਂ ਕਰ ਸਕਦੀ। ਤੇ ਗੁਰੂ ਸਾਹਿਬਾਨ ਕਹਿੰਦੇ ਜੇ ਸਾਡੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਦੀ ਵਾਸਨਾ ਵੱਧ ਜਾਵੇ ਨਾ, ਤੇ ਸਾਡੀ ਸੁਰਤ ਸ਼ਬਦ ਦੇ ਮਾਰਗ ਤੇ ਤੁਰ ਨਹੀਂ ਸਕਦੀ। ਕਿਉਂ? ਬੁਖਾਰ ਹੋ ਗਿਆ, ਅਸੀਮ ਹੋ ਗਏ ਨੇ। ਜਿਹਦੇ ਅੰਦਰ ਇਹ ਚੀਜ਼ਾਂ ਅਸੀਮ ਆ, ਸੀਮਾ ਟੱਪ ਜਾਂਦੀਆਂ ਨੇ, ਉਹਦੇ ਅੰਦਰ ਇਹ ਪ੍ਰੋਬਲਮ ਆਉਂਦੀ ਹੈ ਕਿ ਉਹਦੀ ਸੁਰਤ ਸ਼ਬਦ ਦੇ ਮਾਰਗ 'ਤੇ ਨਹੀਂ ਤੁਰ ਸਕਦੀ। ਜਿਵੇਂ ਬੁਖਾਰ ਜ਼ਿਆਦਾ ਚੜ੍ਹ ਜਾਵੇ ਤੇ ਬੰਦਾ ਨਹੀਂ ਤੁਰ ਸਕਦਾ, ਸਾਡੇ ਅੰਦਰ ਇਹ ਚੀਜ਼ਾਂ ਵੱਧ ਜਾਣ ਤੇ ਸਾਡੀ ਸੁਰਤ ਮਾਰਗ 'ਤੇ ਨਹੀਂ ਤੁਰ ਸਕਦੀ। ਤੇ ਗੁਰੂ ਸਾਹਿਬਾਨ ਉਹੀ ਚੀਜ਼ ਸਮਝਾਉਂਦੇ ਪਏ ਆਪ ਜੀ ਨੂੰ, ਕਹਿੰਦੇ ਪ੍ਰਾਣੀ ਇੱਦਾਂ ਕਰ, ਇਹਨਾਂ ਨੂੰ ਵੱਸ 'ਚ ਰੱਖ, ਇਹਨਾਂ ਨੂੰ ਕੰਟਰੋਲ 'ਚ ਰੱਖ। ਹੁਣ ਆਪਾਂ ਖੋਜ ਕਰਨੀ ਹੈ ਵੀ ਗੁਰੂ ਸਾਹਿਬਾਨ ਕਿਹੜੇ ਤਾਪ ਦੀ ਗੱਲ ਕਰਦੇ ਫਿਰਦੇ, ਤਾਪ ਗਵਾਇਆ, ਗੁਰਪੁਰੇ ਕਿਹੜਾ ਤਾਪ ਗਵਾਇਆ। ਹੁਣ ਇੱਕ ਜਗ੍ਹਾ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਉਂਦਾ 714 ਅੰਗ ਦੇ ਅੰਦਰ, ਉਹ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਤਿੰਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਜ, ਤਾਂ ਕੋ ਬਿਗਨ ਕਹੂ ਨਾ ਲਾਗੇ, ਜਾਂ ਕਿ ਪ੍ਰਭ ਆਗੇ ਅਰਦਾਸ। ਧਿਆਨ ਦੇਣਾ, ਕਹਿੰਦੇ ਤਿੰਨੇ ਤਾਪ ਨਿਵਾਰਨ ਹਾਰਾ। ਹੁਣ ਤਿੰਨ ਤਾਪ ਨੇ, ਤਿੰਨ, ਕਿਉਂਕਿ ਬੁਖਾਰਾਂ ਦਾ ਨਾਂ ਹੈ, ਟਾਈਫਾਇਡ, ਮਲੇਰੀਆ ਹੋ ਗਿਆ। ਇੱਦਾਂ ਗੁਰੂ ਸਾਹਿਬਾਨ ਨੇ ਨਾਂ ਦੱਸਿਆ, ਕਹਿੰਦੇ ਜਿਹੜੇ ਮਨ ਨੂੰ ਬੁਖਾਰ ਚੜਿਆ ਨਾ, ਉਹਦਾ ਵੀ ਨਾਂ, ਉਹ ਤਿੰਨ ਤਾਪ ਨੇ। ਆਪਾਂ ਨੇ ਗੌਰ ਨਹੀਂ ਕੀਤੀ, ਠੀਕ ਹੈ। ਆਪਾਂ ਤਾਪ ਅੱਖਰ ਪੜ੍ਹਿਆ ਤੇ ਆਪਾਂ ਇੰਨੀ ਗੱਲ ਕਹਿਤੀ, ਗੁਰੂ ਜੀ ਜਿਹਦਾ ਤਾਪ ਦੂਰ ਕਰ ਦਿੰਦੇ ਆ, ਇੱਦਾਂ ਨਹੀਂ ਦੂਰ ਕਰਦੇ। ਡਾਕਟਰ ਵੀ ਦਵਾਈ ਦਿੰਦਾ ਤੇ ਤਾਪ ਦੂਰ ਹੁੰਦਾ ਹੈ, ਗੁਰੂ ਸਾਹਿਬਾਨ ਵੀ ਨਾਮ ਦੀ ਦਵਾਈ ਦਿੰਦੇ ਆ ਤੇ ਸਾਡੇ ਮਨ ਦਾ ਤਾਪ ਦੂਰ ਹੁੰਦਾ ਹੈ। ਬਿਨਾਂ ਦਵਾਈ ਤੋਂ ਤਾਪ ਦੂਰ ਨਹੀਂ ਹੁੰਦਾ, ਬਿਨਾਂ ਦਵਾਈ ਤੋਂ ਕੋਈ ਵੀ ਤੰਦਰੁਸਤ ਨਹੀਂ ਹੁੰਦਾ। ਤਾਂ ਇਹ ਗੁਰੂ ਸਾਹਿਬਾਨ ਨੇ ਕਿਹਾ ਸਰਬ ਰੋਗਾ ਔਖਦ ਨਾਮ, ਕਹਿੰਦੇ ਸਾਰਿਆਂ ਰੋਗਾਂ ਦਾ ਦਾਰੂ ਜਿਹੜਾ ਹੈ ਉਹ ਨਾਮ ਹੈ। ਦੇਖੋ ਵੈਦ ਕੋ ਕਈ ਜੜੀਆਂ ਬੂਟੀਆਂ, ਵੈਦ ਕੋ ਕਈ ਦਵਾਈਆਂ, ਠੀਕ ਹੈ। ਤੇ ਇੱਥੇ ਗੁਰੂ ਸਾਹਿਬਾਨ ਕੋਲ ਇੱਕ ਦਵਾਈ ਹੈਗੀ, ਦਵਾਈ ਹੈ, ਮਿਲਣੀ ਦਵਾਈ ਇੱਥੋਂ ਵੀ, ਪਰ ਇੰਨਾ ਆ ਹੁਣ ਦਵਾਈ ਤੇ ਲੈ ਆਂਦੀ ਤੇ ਖਾਧੀ ਨਹੀਂ, ਆਰਾਮ ਆਜੂ, ਤੰਦਰੁਸਤੀ ਆਜੂ, ਨਹੀਂ ਆਉਣੀ। ਆਪਾਂ ਵੀ ਗੁਰੂ ਕੋਲੋਂ ਨਾਮ ਦੀ ਦਾਤ ਤੇ ਲੈ ਲਈ ਹੈ, ਅੰਮ੍ਰਿਤ ਛਕ ਲਿਆ, ਗੁਰੂ ਕੋਲ ਸ਼ਬਦ ਦੀ ਦਾਤ ਲੈ ਲਈ, ਸਾਡੇ ਕੋਲ ਆ, ਅਸੀਂ ਲੋਕਾਂ ਨੂੰ ਵਿਖਾਉਂਦੇ ਫਿਰਦੇ। ਜਦੋਂ ਕੋਈ ਸਾਨੂੰ ਮਿਲਦਾ ਨਾ ਤੇ ਸਾਨੂੰ ਕੋਈ ਕਹਿ ਦੇਵੇ ਕਿ ਭਾਈ ਸਾਹਿਬ ਗੁਰੂ ਦੇ ਲੜ ਲੱਗੋ, ਤੁਹਾਡੀ ਉਮਰ ਕਿੰਨੀ ਹੋ ਗਈ, ਤੇ ਆਪਾਂ ਫਟ ਦੱਸਦੇ ਮੈਂ ਅੰਮ੍ਰਿਤਧਾਰੀ ਹਾਂ, ਮੈਂ ਗੁਰੂ ਦੇ ਲੜ ਲੱਗਾ। ਪਰ ਧਿਆਨ ਦਿਓ, ਬੰਦਾ ਬਿਮਾਰ ਹੋਵੇ ਤੇ ਕਿਸੇ ਨੂੰ ਕੋਈ ਕਵੇ ਕਿ ਭਾਈ ਸਾਹਿਬ ਤੁਸੀਂ ਕਿਸੇ ਡਾਕਟਰ ਨੂੰ ਦਿਖਾਓ, ਤੇ ਉਹ ਕਵੇ ਮੈਂ ਡਾਕਟਰ ਨੂੰ ਦਿਖਾਇਆ, ਤੇ ਫਿਰ ਤੁਸੀਂ ਠੀਕ ਕਿਉਂ ਨਹੀਂ ਹੁੰਦੇ? ਦਵਾਈ ਲਿਆਂਦੀ ਹੈ ਤੇ ਪਹਿਲਾ ਸ਼ੱਕ ਉੱਠਦਾ ਵੀ ਤੂੰ ਡਾਕਟਰ ਨੂੰ ਵੀ ਦਿਖਾਇਆ ਹੈ, ਦਵਾਈ ਵੀ ਤੇਰੇ ਕੋਲ ਹੈ, ਫਿਰ ਤੂੰ ਖਾਧੀ ਨਹੀਂ ਹੋਣੀ, ਤਾਈਆਂ ਬਿਮਾਰ ਹੈ, ਤੂੰ ਖਾਧੀ ਨਹੀਂ ਹੋਣੀ। ਤੇ ਫਿਰ ਗੁਰੂ ਸਾਹਿਬਾਨ ਵੀ ਕਹਿੰਦੇ ਤੂੰ ਗੁਰੂ ਦੇ ਲੜ ਲੱਗਾ ਹੈ, ਤੂੰ ਗੁਰੂ ਕੋਲ ਸ਼ਬਦ ਦੀ ਦਾਤ ਲਈ ਹੈ, ਪਰ ਤੂੰ ਫਿਰ ਵੀ ਬਿਮਾਰ ਹੈ, ਇਹਦਾ ਮਤਲਬ ਤੂੰ ਨਾਮ ਸਿਮਰਨ ਕਰਦਾ ਨਹੀਂ ਹੋਣਾ, ਤੂੰ ਨਾਮ ਸਿਮਰਨ ਤੋਂ ਦੂਰ ਹੈ, ਲਿਆ ਜ਼ਰੂਰ ਆ ਪਰ ਕਰਦਾ ਨਹੀਂ, ਵਰਤੋਂ ਨਹੀਂ ਕਰਦਾ। ਜਿੰਨਾ ਚਿਰ ਵਰਤੋਂ ਨਹੀਂ ਹੈ, ਜਿੰਨਾ ਚਿਰ ਦਵਾਈ ਖਾਵਾਂਗੇ ਨਹੀਂ, ਤੰਦਰੁਸਤੀ ਨਹੀਂ ਆਏਗੀ। ਤੰਦਰੁਸਤੀ ਦਵਾਈ ਤੋਂ ਆਏਗੀ, ਪਰ ਕਦੋਂ ਆਏਗੀ? ਜਦੋਂ ਖਾਵਾਂਗੇ। ਇੱਥੇ ਫਿਰ ਗੁਰੂ ਸਾਹਿਬਾਨ ਕਹਿਣ ਲੱਗੇ ਭਾਈ ਤਿੰਨੇ ਤਾਪ ਨਿਵਾਰਨ ਹਾਰਾ, ਕਹਿੰਦੇ ਦੇਖੋ ਤਾਕਤ, ਦੇਖੋ ਗਰੰਟੀ ਦੇ ਕੇ ਕਹਿ ਰਹੇ, ਡਾਕਟਰ ਨੇ ਕਿਹਾ, ਵੈਦ ਨੇ ਕਿਹਾ ਇਹ ਮੇਰੀ ਦਵਾਈ ਤੈਨੂੰ ਠੀਕ ਕਰ ਦੇਗੀ, ਬਸ਼ਰਤ ਖਾ ਲਈ। ਗੁਰੂ ਸਾਹਿਬਾਨ ਕਹਿੰਦੇ ਇਹ ਮੇਰਾ ਨਾਮ ਰੂਪੀ ਦਵਾਈ ਤੇਰੇ ਤਿੰਨੇ ਤਾਪ ਠੀਕ ਕਰ ਦੇਗੀ, ਬਸ਼ਰਤ ਸਿਮਰਨ ਕਰ ਲਈ, ਨਾਮ ਸਿਮਰਨ ਕਰ ਲਈ। ਹੁਣ ਤੂੰ ਕੀਤਾ ਨਹੀਂ ਤੇ ਕੋਈ ਕਸੂਰ ਨਹੀਂ ਹੈ, ਠੀਕ ਹੈ। ਜਿਵੇਂ ਬਾਣੀ 'ਚ ਕਬੀਰ ਸਾਹਿਬਾਨ ਲਿਖਦੇ, ਕਬੀਰ ਸਾਚਾ ਸਤਿਗੁਰ ਕਿਆ ਕਰੇ, ਜਾਂ ਸਿੱਖਾਂ ਮੈਂ ਚੂਕ ਅੰਧੇ ਏਕ ਨ ਲੱਗ ਗਈ, ਜਿਉਂ ਬਾਂਸ ਵਜਾਈਏ ਫੂਕ। ਗੁਰੂ ਸਾਹਿਬਾਨ ਕਹਿਣ ਲੱਗੇ ਭਾਈ ਗੱਲ ਸੁਣ, ਸੱਚਾ ਸਤਿਗੁਰ ਕੀ ਕਰੇ?
ਜੋ ਸਿੱਖਿਆ ਲੈਣ ਵਾਲੇ ਅੰਦਰ ਹੁੰਦਾ ਹੀ ਹੈ। ਜੋ ਸਿੱਖਿਆ ਲੈਣ ਵਾਲਾ ਧਿਆਨ ਨਾਲ ਸਿੱਖਦਾ ਹੀ ਨਹੀਂ, ਜਿਹੜੀ ਚੀਜ਼ ਦੱਸੀ ਗਈ ਹੈ ਜਿੱਦਾਂ ਦੱਸੀ ਗਈ ਹੈ ਉੱਦਾਂ ਕਰਦਾ ਹੀ ਨਹੀਂ ਹੈ। ਠੀਕ ਹੈ, ਕਹਿੰਦੇ ਜਾਂ ਸਿੱਖਾਂ ਮੈਂ ਚੂਕ ਅੰਧੇ ਇੱਕ ਨਾ ਲੱਗ ਗਈ, ਕਹਿੰਦੇ ਇਸ ਅੰਨੇ ਨੂੰ ਇੱਕ ਨਹੀਂ ਲੱਗਦੀ। ਹੁਣ ਅੰਨਾ ਕਦ ਚੰਨਾ ਹੈ? ਅੱਖਾਂ ਤੋਂ ਅੰਨਾ ਨਹੀਂ ਹੈ, ਅੱਖਾਂ ਤੋਂ ਅੰਨਾ ਨਹੀਂ ਹੈ। ਜਿਵੇਂ ਨਾ ਕਿਤੇ ਆਪਾਂ ਭੁਲੇਖੇ 'ਚ ਪੈ ਜੀ, ਆਪਾਂ ਕਿਤੇ ਕਹਿ ਦੀ ਅਸੀਂ ਅੰਨੇ ਥੋੜ੍ਹੀ, ਅਸੀਂ ਅੱਖਾਂ ਤੋਂ ਅੰਨੇ ਨਹੀਂ ਹੈ। ਹੁਣ ਦੱਸਿਆ ਵੀ ਅਸੀਂ ਅੰਨੇ ਕਿੱਥੋਂ ਹਾਂ। ਠੀਕ ਹੈ, ਹਰ ਚੀਜ਼ ਦੀ ਵਿਚਾਰ ਕਰਨੀ। ਠੀਕ ਹੈ, ਜਿੰਨਾ ਚਿਰ ਆਪਾਂ ਵਿਚਾਰ ਨਹੀਂ ਕਰਾਂਗੇ ਨਾ ਉਹਨਾਂ ਚਿਰ ਗੱਲ ਨਹੀਂ ਬਣਨੀ। ਗੁਰੂ ਸਾਹਿਬ ਹਰ ਇੱਕ ਚੀਜ਼ ਸਾਨੂੰ ਸਮਝਾਉਂਦੇ, ਹਰ ਇੱਕ ਚੀਜ਼ ਸਮਝਾਉਂਦੇ ਆ, ਪਰ ਅਸਾਂ ਦੇ ਲੋਕਾਂ ਨੇ ਲੋੜ ਨਹੀਂ ਪਈ। ਠੀਕ ਹੈ, ਕਿਉਂ ਨਹੀਂ ਲੋੜ ਪਈ? ਉਹਦਾ ਕਾਰਨ ਸਿਰਫ ਇੰਨਾ ਹੈ ਵੀ ਗੁਰਬਾਣੀ ਪੜ੍ਹੀ ਹੈ, ਵਿਚਾਰ ਨਹੀਂ ਕੀਤੀ। ਤੇ ਅੰਨੇ ਕਿੱਥੋਂ ਹੈ? ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬੌਰੋਲ ਕਚੋਲਾ। ਕਹਿੰਦੇ ਮਾਇਆ ਧਾਰੀ ਅਤ ਅੰਨਾ। ਹੁਣ ਮਾਇਆ ਧਾਰੀ ਦਾ ਕੀ ਮਤਲਬ ਹੈ? ਕਹਿੰਦੇ ਜਦੋਂ ਮੈਂ ਗੁਰਬਾਣੀ ਪੜ੍ਹਦਾ ਪਿਆ ਸੀ, ਗੁਰਬਾਣੀ ਸੁਣਦਾ ਪਿਆ ਸੀ, ਉਸ ਸ਼ਬਦ ਨੂੰ ਸੁਣਦਾ ਪਿਆ ਸੀ, ਉਸ ਵੇਲੇ ਕੀ ਸੀ? ਮੈਂ ਧਿਆਨ ਦੇਣਾ, ਉਸ ਵੇਲੇ ਮੇਰੀ ਬਿਰਤੀ ਕੀ ਸੀਗੀ? ਮਾਇਆ ਦੀ ਧਾਰਨਾ ਸੀ ਮੇਰੇ ਅੰਦਰ। ਮਾਇਆ ਕੀ? ਸੰਸਾਰ। ਕਹਿੰਦੇ ਮੇਰੇ ਅੰਦਰ ਧਾਰਨਾ, ਮੇਰੇ ਅੰਦਰ ਖਿੱਚ ਜਿਹੜੀ ਸੀ ਸੰਸਾਰ ਦੀ ਸੀ। ਇਸ ਕਰਕੇ ਜਦੋਂ ਮੈਂ ਗੁਰਬਾਣੀ ਸੁਣਦਾ ਪਿਆ ਸੀ, ਸ਼ਬਦ ਨੂੰ ਸਰਵਣ ਕਰਦਾ ਪਿਆ ਸੀ, ਮੇਰੇ ਅੰਦਰ ਧਾਰਨਾ ਮਾਇਆ ਦੀ ਸੀਗੀ। ਇਸ ਕਰਕੇ ਮੈਂ ਅੰਨਾ ਰਹਿ ਗਿਆ। ਕਹਿੰਦਾ ਭਾਵ ਕਿ ਗੁਰੂ ਚਰਨਾਂ 'ਚ ਬੈਠਿਆ ਵੀ ਮੈਨੂੰ ਇਹ ਮਾਰਗ ਦਿਖਾਈ ਨਹੀਂ ਦਿੱਤਾ, ਮੈਂ ਉੱਥੇ ਰਹਿ ਗਿਆ। ਮਾਇਆ ਧਾਰੀ ਅਤ ਅੰਨਾ, ਅਤ ਲਿਖਿਆ, ਪਤਾ ਅਤ ਅੱਖਰ ਕਿਉਂ ਵਰਤਿਆ? ਅੰਨੇ ਨੂੰ ਅਤ ਦਾ ਅੰਨਾ ਨਹੀਂ ਕਹੀਦਾ। ਜਿਹੜਾ ਅੰਨਾ ਹੈ ਉਹਨੂੰ ਕੋਈ ਕਹਿ ਦੇ ਇਹ ਅਤ ਦਾ ਅੰਨਾ, ਕਦੀ ਕਿਹਾ ਕਿਸੇ ਨੇ ਅੱਜ ਤੱਕ? ਅੰਨਾ ਤੇ ਹੈ ਹੀ ਅੰਨਾ। ਅਤ ਅੱਖਰ ਕਿਉਂ ਲਾਇਆ? ਇੱਕ ਅੰਨਾ ਸੀ, ਰੋਡ ਦੇ ਕਿਨਾਰੇ 'ਤੇ ਖੜਾ ਸੀ। ਜਦੋਂ ਰੋਡ ਦੇ ਕਿਨਾਰੇ ਖੜਾ ਸੀ ਤੇ ਉਹਨੇ ਰੋਡ ਪਾਰ ਕਰਨੇ ਦੂਜੇ ਪਾਸੇ ਜਾਣਾ ਸੀ, ਤੇ ਕੋਈ ਸੱਜਣ ਆਇਆ, ਉਹਨੂੰ ਪੁੱਛਿਆ ਭਾਈ ਸਾਹਿਬ ਮੈਂ ਤੈਨੂੰ ਰੋਡ ਪਾਰ ਕਰਾ ਦਿਆਂ? ਕਹਿੰਦੇ ਕਰਾ ਦਿਓ। ਉਹਨੇ ਰੋਡ ਪਾਰ ਕਰਾ ਦਿੱਤੀ ਤੇ ਕਰਾ ਕੇ ਕਹਿੰਦਾ ਮੈਂ ਤੈਨੂੰ ਘਰ ਛੱਡ ਆਵਾਂ। ਤੇਰਾ ਘਰ ਕਿੱਥੇ? ਕਹਿੰਦਾ ਪਤਾ ਕੀ ਕਹਿੰਦਾ? ਕਹਿੰਦਾ ਬਸ ਭਾਜੀ ਮੈਨੂੰ ਤੁਸੀਂ ਰੋਡ ਪਾਰ ਕਰਾ ਦਿੱਤੀ, ਘਰ ਛੱਡਣ ਦੀ ਲੋੜ ਨਹੀਂ, ਮੈਂ ਸੋਟੀ ਦੇ ਸਹਾਰੇ ਨਾ ਘਰ ਚੱਲ ਜਾਣਾ। ਉਹਨਾਂ ਨੇ ਕਦਮ ਗਿਣਤੀ ਕੀਤੇ ਹੁੰਦੇ, ਉਹ ਸੋਟੀ ਦੇ ਸਹਾਰੇ ਘਰ ਪਹੁੰਚ ਜਾਂਦੇ ਆ। ਤੇ ਗੁਰੂ ਸਾਹਿਬਾਨ ਕਹਿੰਦੇ ਅੱਖਾਂ ਤੋਂ ਅੰਨਾ, ਅੱਖਾਂ ਤੋਂ ਅੰਨਾ ਕਿਸੇ ਸਹਾਰੇ ਘਰ ਪਹੁੰਚ ਸਕਦਾ ਹੈ। ਤੇ ਇੱਥੇ ਅਤ ਅੱਖਰ ਲਿਖਿਆ, ਕਹਿੰਦੇ ਜਿਸ ਬੰਦੇ ਨੂੰ ਗੁਰਬਾਣੀ ਦੀ ਸੋਝੀ ਨਹੀਂ ਹੈ, ਗੁਰੂ ਦੇ ਸ਼ਬਦ ਦੀ ਸੋਝੀ ਨਹੀਂ ਹੈ, ਉਹ ਅਤ ਦਾ ਅੰਨਾ ਹੈ। ਕਹਿੰਦਾ ਅੱਖਾਂ ਤੋਂ ਅੰਨੇ ਨੂੰ ਕੋਈ ਸਹਾਰਾ ਮਿਲ ਸਕਦਾ ਹੈ, ਜਿਹੜੇ ਅੰਦਰ ਗੁਰਬਾਣੀ ਦੀ ਵਿਚਾਰ ਨਹੀਂ, ਉਹ ਐਸਾ ਅੰਨਾ ਉਹਨੂੰ ਕੋਈ ਸਹਾਰਾ ਵੀ ਨਹੀਂ ਮਿਲ ਸਕਦਾ। ਦੱਸੋ ਕਿੱਡੀ ਵੱਡੀ ਗੱਲ ਕਹੀ। ਅਤ ਅੰਨਾ ਬੋਲਾ। ਹੁਣ ਦੇਖੋ ਬੋਲੇ ਨੂੰ ਕੋਈ ਕਵੇ ਵੀ ਅਤ ਦਾ ਬੋਲਾ ਹੈ ਹੀ ਬੋਲਾ ਹੈ ਨਾ। ਕੋਈ ਬੋਲਾ ਸੀ, ਉਹ ਬੋਲਾ ਸੀ ਤੇ ਕੋਈ ਸੱਜਣ ਨੇ ਆਵਾਜ਼ ਮਾਰੀ, ਕਹਿੰਦਾ ਭਾਜੀ ਰੋਟੀ ਖਾ ਲਓ। ਉਹ ਆਰਾਮ ਨਾਲ ਖੜਾ, ਉਹ ਆਵਾਜ਼ਾਂ ਮਾਰੀ ਜਾਂਦਾ, ਕਹਿੰਦਾ ਭਾਜੀ ਰੋਟੀ ਖਾ ਲਓ। ਉਹਨੂੰ ਪਤਾ ਨਹੀਂ ਸੀ। ਦੂਜਾ ਬੰਦਾ ਆ ਕੇ ਕਹਿੰਦਾ ਭਾਜੀ ਉਹ ਬੋਲਾ ਆ। ਅੱਛਾ, ਕਹਿੰਦੇ ਹਾਂ। ਉਹਨੇ ਇਸ਼ਾਰਾ ਕੀਤਾ, ਉਹਨੂੰ ਆਪਣੇ ਮੂੰਹ ਵਾਲੇ ਪਾਸੇ ਹੱਥ ਕੀਤਾ, ਉਹਨੂੰ ਸਮਝ ਲੱਗ ਗਈ, ਕਹਿੰਦਾ ਰੋਟੀ ਖਾ ਲਓ। ਆ ਗਿਆ, ਇਸ਼ਾਰੇ ਦੀ ਸਮਝ ਲੱਗ ਗਈ ਉਹਨੂੰ। ਆ ਕੇ ਬਹਿ ਗਿਆ, ਕਹਿੰਦਾ ਦਿਓ ਫੁਲਕਾ, ਖਾਣ ਲੱਗ ਪਿਆ। ਤੇ ਗੁਰੂ ਸਾਹਿਬ ਕਹਿੰਦੇ ਅੱਤ ਬੋਲਾ। ਕਹਿੰਦੇ ਕੰਨਾਂ ਤੋਂ ਬੋਲੇ ਨੂੰ ਕਿਸੇ ਇਸ਼ਾਰੇ ਦੀ ਸਮਝ ਲੱਗ ਜਾਂਦੀ ਹੈ, ਪਰ ਜਿਹੜਾ ਬੰਦਾ ਗੁਰੂ ਦੇ ਬੋਲ ਨਹੀਂ ਸੁਣਦਾ ਧਿਆਨ ਨਾਲ, ਕਹਿੰਦੇ ਉਹਨੂੰ ਗੁਰੂ ਦੇ ਕਿਸੇ ਇਸ਼ਾਰੇ ਦੀ ਵੀ ਸਮਝ ਨਹੀਂ ਲੱਗਦੀ। ਦੱਸੋ ਕਿੱਡੀ ਵੱਡੀ ਗੱਲ ਹੈ। ਸਿਰਫ ਸਮਝ ਕੇ ਦੇਖਿਓ ਕੀ ਕਹਿਣ ਲੱਗੇ। ਅਤ ਅੰਨਾ ਬੋਲਾ ਸ਼ਬਦ ਨਾ ਸੁਣੇ। ਸ਼ਬਦ ਦਾ ਭਾਵ ਉਪਦੇਸ਼। ਕਹਿੰਦੇ ਐਸੀ ਮਾਇਆ ਦੀ ਧਾਰਨਾ ਇਸ ਸੰਸਾਰ ਦੀ ਖਿੱਚ ਅੰਦਰ ਕਿ ਗੁਰਬਾਣੀ ਸੁਣਦਾ ਹੀ ਨਹੀਂ ਧਿਆਨ ਨਾਲ। ਕਿਉਂ ਨਹੀਂ ਸੁਣਦਾ? ਕਿਉਂਕਿ ਅੰਦਰ ਰੌਲਾ ਪੈਣ ਡਿਆ। ਕਾਹਦਾ? ਵਿਕਾਰਾਂ ਦਾ, ਸੰਸਾਰ ਦਾ, ਮਾਇਆ ਦਾ। ਮਾਇਆ ਦਾ ਭਾਵ ਸੰਸਾਰ, ਰੌਲਾ ਪੈਣ ਡਿਆ। ਆਹ ਚੀਜ਼ ਗੁਰੂ ਜੀ ਸਮਝਾਉਂਦੇ ਪਏ ਆਪ ਜੀ ਨੂੰ। ਕਹਿੰਦੇ ਭਾਈ ਗੱਲ ਸੁਣ, ਸਮਝ ਉਦੋਂ ਲੱਗਣੀ ਹੈ ਜਦੋਂ ਤੂੰ ਆਪਣੇ ਅੰਦਰ ਦੀ ਇਸ ਬਿਰਤੀ ਨੂੰ ਰੋਕੇਗਾ। ਤੇ ਰੁਕੇਗੀ ਉਦੋਂ ਜਦੋਂ ਗੁਰਬਾਣੀ ਨੂੰ ਪੜ੍ਹੇਗਾ ਤੇ ਧਿਆਨ ਨਾਲ ਸਰਵਣ ਕਰੇਗਾ। ਉਹਨਾਂ ਤਾਂ ਲਿਖਿਆ, ਕਹਿੰਦੇ ਵੀ ਵਿਚਾਰ ਕਰਕੇ ਦੇਖ। ਹੁਣ ਦੇਖਿਓ ਆਪ ਜੀ ਵਿਚਾਰ ਕਰਕੇ ਗੁਰੂ ਜੀ ਸਮਝਾਉਣ ਲੱਗੇ ਆਪ ਜੀ ਨੂੰ। ਕਹਿੰਦੇ ਤੀਨੇ ਤਾਪ ਨਿਵਾਰਨ ਹਾਰਾ। ਕਹਿੰਦੇ ਗੁਰੂ ਦੇ ਸ਼ਬਦ ਕੋਈ ਇੰਨੀ ਤਾਕਤ ਹੈ ਕਿ ਤੇਰੇ ਤਿੰਨੇ ਤਾਪ ਖਤਮ ਕਰ ਦੇਗਾ। ਹੁਣ ਤੀਨੇ ਤਾਪ ਕਿਹੜੇ? ਸੋਚਣ ਵਾਲੀ ਗੱਲ ਹੈ ਨਾ। ਉਹ ਤੀਨੇ ਤਾਪ ਕਿਹੜੇ? ਤਿੰਨ ਤਾਪ ਨੇ ਬਈ।
ਉਹ ਤਾਪਾਂ ਦੀ ਦੱਸੋ ਨਾ, ਸਾਨੂੰ ਵਿਸਤਾਰ ਦੱਸੋ ਕਿ 3 ਤਾਪ ਕਿਹੜੇ ਨੇ। ਉਹ ਲੱਭ ਲਈਏ। 1223 ਅੰਗ ਦੇ ਉੱਤੇ ਪੜ੍ਹਿਓ, ਗੁਰੂ ਅਰਜਨ ਦੇਵ ਮਹਾਰਾਜ ਦੱਸਦੇ ਆ 3 ਤਾਪ ਕਿਹੜੇ। ਕੀ ਕਹਿਣ ਲੱਗੇ? ਕਹਿਣ ਲੱਗੇ ਬਿਰਾਜਤ ਰਾਮ ਕੋ ਪ੍ਰਤਾਪ। ਬਿਰਾਜਤ ਰਾਮ ਕੋ ਪ੍ਰਤਾਪ। ਬਿਰਾਜਤ ਕਿਹਨੂੰ ਕਹਿੰਦੇ ਆ? ਜੇ ਆਪਾਂ ਕੋਈ ਆਪਣੇ ਘਰ ਕੋਈ ਬੰਦਾ ਆਉਂਦਾ, ਜਦੋਂ ਬੰਦਾ ਆਉਂਦਾ ਤਾਂ ਆਪਾਂ ਉਹਨੂੰ ਸੁਭਾਵਕ ਕਹਿੰਦੇ ਭਾਈ ਸਾਹਿਬ ਬਿਰਾਜੋ, ਬੈਠੋ, ਟਿਕ ਜਾਓ, ਠੀਕ ਆ। ਹੁਣ ਕਈ ਵਾਰੀ ਦੇਖਿਓ ਕੋਈ ਇਨਸਾਨ ਜਾਂ ਕੋਈ ਬੱਚਾ ਸਾਡੇ ਘਰ ਤੁਰਿਆ ਹੀ ਫਿਰਦਾ ਕਿ ਉਹ ਕਹਿੰਦਾ ਇੱਧਰ ਆ, ਇੱਥੇ ਬਿਰਾਜ ਜਾ, ਬਹਿ ਜਾ, ਟਿਕ ਜਾ। ਗੁਰੂ ਸਾਹਿਬ ਨੇ ਬਿਰਾਜਤ ਰਾਮ ਕੋ ਪ੍ਰਤਾਪ। ਪ੍ਰਤਾਪ ਦਾ ਭਾਵ ਕਹਿੰਦਾ ਬਲ, ਤਾਕਤ। ਕਹਿੰਦੇ ਜਦੋਂ ਸਾਡੇ ਅੰਦਰ ਉਸ ਪਰਮਾਤਮਾ ਦਾ ਨਾਮ ਜਿਹੜਾ ਨਾ ਉਹ ਟਿਕ ਜਾਂਦਾ ਹੈ, ਫਿਰ ਤਾਕਤ ਪੈਦਾ ਹੁੰਦੀ ਹੈ, ਫਿਰ ਤਾਕਤ ਪੈਦਾ ਹੁੰਦੀ, ਕਿ ਬਲ ਪੈਦਾ ਹੁੰਦਾ। ਕਹਿੰਦੇ ਜਦੋਂ ਸਾਡੇ ਅੰਦਰ ਇਹ ਸ਼ਬਦ ਜਿਹੜਾ ਜਿਹਦੇ ਅੰਦਰ ਤਾਕਤ ਹੈ, ਜਿਹਦੇ ਅੰਦਰ ਬਲ ਆ, ਜਦੋਂ ਸਾਡੇ ਅੰਦਰ ਟਿਕ ਜਾਂਦਾ, ਬਿਰਾਜ ਜਾਂਦਾ, ਬਹਿ ਜਾਂਦਾ ਹੈ, ਕਹਿੰਦੇ ਫਿਰ ਕੀ ਹੁੰਦਾ? ਕਹਿੰਦੇ ਫਿਰ 3 ਰੋਗ ਦੂਰ ਹੁੰਦੇ। ਰੋਗ ਕਿਹੜੇ ਆ? ਆਦ ਵਿਆਦ ਉਪਾਦ ਸਭ ਨਾਸੀ, ਬਿਨਸੇ ਤਿਨੇ ਤਾਪ। ਆਦੇ ਤਾਪ, ਆਦ ਵਿਆਦ ਉਪਾਦ 3 ਤਾਪ ਨੇ। ਹੁਣ ਇਹ 3 ਤਾਪ ਕਿਹੜੇ ਨੇ? ਆਦ ਵਿਆਦ ਤੇ ਉਪਾਦ। ਆਦ ਦਾ ਮਤਲਬ ਕੀ ਹੈ? ਜੜ ਤੋਂ, ਸ਼ੁਰੂ ਤੋਂ। ਕਹਿੰਦੇ ਪਹਿਲਾ ਰੋਗ ਕਿਹੜਾ ਲੱਗਾ ਇਹਨੂੰ? ਮਨ ਨੂੰ, ਸ਼ੁਰੂ ਤੋਂ। ਜੁਗਾਂ ਜੁਗ ਬੀਤ ਗਏ, ਜਨਮਾਂ ਜਮੰਤਰਾਂ ਤੋਂ ਲੱਗਾ ਇਹਨੂੰ ਰੋਗ ਇੱਕ। ਪਾਛਾ ਉਹ ਰੋਗ ਕਿਹੜਾ ਲੱਗਾ? ਧਿਆਨ ਦਿਓ, ਵੈਦ ਨੇ ਰੋਗ ਫੜਿਆ। ਜੇ ਤੇ ਵੈਦ ਰੋਗ ਨੂੰ ਜੜ ਤੋਂ ਫੜ ਲਏ, ਇਹ ਰੋਗ ਲੱਗਾ ਕਿੱਥੋਂ, ਤੇ ਉਹਦੀ ਦਵਾਈ ਕਾਮਯਾਬ ਹੋਊਗੀ, ਉਹ ਰੋਗ ਠੀਕ ਕਰ ਦੂਗਾ। ਪਰ ਜੇ ਉਹਨੇ ਜੜ ਤੋਂ ਨਹੀਂ ਨਾ ਫੜਿਆ ਤੇ ਰੋਗ ਠੀਕ ਨਹੀਂ ਹੋਣਾ। ਹੁਣ ਧਿਆਨ ਦੇਣਾ, ਕਈ ਵਾਰੀ ਵੈਦ ਨਾਲ ਗੱਲ ਕਰੀ ਤੀ, ਡਾਕਟਰ ਨਾਲ ਗੱਲ ਕਰੀ ਤੀ। ਡਾਕਟਰ ਕਹਿਣ ਲੱਗਾ, ਵੈਦ ਕਹਿਣ ਲੱਗਾ, ਕਹਿੰਦਾ ਜੀ ਗੱਲ ਸੁਣੋ, ਮੈਂ ਨਾ ਇਹਦੀ ਜੜ ਤੱਕ ਜਾਣਾ ਚਾਹੁੰਦਾ, ਰੋਗ ਲੱਗਾ ਕਿੱਥੋਂ, ਫਿਰ ਤੁਹਾਨੂੰ ਦਵਾਈ ਦਈਏ। ਨਹੀਂ ਤੇ ਜੇ ਤੁਸੀਂ ਠੀਕ ਹੋ ਵੀ ਗਏ ਨਾ ਹਫ਼ਤਾ 10 ਦਿਨ ਲਈ, ਤੇ ਫਿਰ ਪੁੰਗਰ ਪੈਣਾ ਤੇ ਫਿਰ ਰੋਗ ਲੱਗ ਜਾਣਾ। ਇਹ ਗੱਲ ਸੱਚ ਆ। ਕੋਈ ਰੋਕਿਆ, ਕੋਈ ਰੋਕਿਆ। ਗੁਰੂ ਪਿਆਰਿਓ, ਕਿਸੇ ਟਹਿਣੀਆਂ ਵੱਢ ਦਿੱਤੀਆਂ ਉਹਦੀਆਂ, ਤਣਾ ਵੀ ਵੱਢ ਦਿੱਤਾ, ਪਰ ਜੜ੍ਹਾਂ ਹੈਗੀਆਂ, ਉਹ ਰੁੱਖ ਦੁਬਾਰਾ ਪੁੰਗਰੇਗਾ। ਜੇ ਰੁੱਖ ਤੋਂ ਖਤਮ ਕਰਨਾ ਤੇ ਜੜ੍ਹਾਂ ਵੀ ਪੁੱਟਣੀਆਂ ਪੈਣਗੀਆਂ। ਤੇ ਗੁਰੂ ਸਾਹਿਬਾਨ ਕਹਿੰਦੇ ਜੇ ਰੋਗ ਖਤਮ ਕਰਨਾ ਤੇ ਜੜ੍ਹਾਂ ਤੱਕ ਜਾਣਾ ਪਏਗਾ, ਜੜ੍ਹਾਂ ਵੀ ਖਤਮ ਕਰਨੀਆਂ ਪੈਣਗੀਆਂ। ਠੀਕ ਹੈ। ਹੁਣ ਦੇਣਾ ਧਿਆਨ, 3 ਰੋਗ ਨੇ, ਆਦ ਵਿਆਦ ਤੇ ਉਪਾਦ। ਆਦ ਰੋਗ ਕੀ ਹੈ? ਜੜ ਤੋਂ। ਉਹ ਕਿਹੜਾ ਰੋਗ ਹੈ ਵੀ ਜਿਹੜਾ ਜੜ ਤੋਂ ਲੱਗਾ? ਬੜਾ ਆਨੰਦ ਆ, ਬੜਾ ਹੀ ਆਨੰਦ ਆ। ਆਪਾਂ ਗੌਰ ਨਹੀਂ ਕੀਤੀ। ਗੁਰੂ ਨਾਨਕ ਪਾਤਸ਼ਾਹ ਦੱਸਦੇ ਆ ਕਿਹੜਾ ਰੋਗ ਲੱਗਾ ਜੜ ਤੋਂ। 1256 ਅੰਗ ਦੇ ਉੱਤੇ ਪੜ੍ਹਿਓ ਕੀ ਕਹਿੰਦੇ। ਕਹਿੰਦੇ ਸਭ ਤੋਂ ਪਹਿਲਾਂ ਮਨਾ ਤੈਨੂੰ ਰੋਗ ਲੱਗਾ, ਜੜ ਤੋਂ ਜਿਹੜਾ ਤੈਨੂੰ ਰੋਗ ਲੱਗਾ ਹੋਇਆ, ਉਹ ਕਿਹੜਾ ਰੋਗ ਆ? ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਕਤ ਵਾਰ ਜਮਦੂਤ। ਕਹਿੰਦੇ ਸਭ ਤੋਂ ਪਹਿਲਾਂ ਰੋਗ ਤੈਨੂੰ ਆ ਲੱਗਾ। ਕਿਹੜਾ? ਕਿ ਤੂੰ ਪਰਮਾਤਮਾ ਤੋਂ ਵਿਛੜਿਆ। ਆਹ ਰੋਗ ਤੈਨੂੰ ਜਨਮਾਂ ਜਮਾਂਦਰਾਂ ਲੱਗਾ। ਇਹ ਰੋਗਾਂ ਦੀ ਜੜ ਆ। ਇਹ ਦੁੱਖ ਰੂਪੀ ਜੋ ਰੋਗ ਲੱਗਾ ਤੇ ਬਾਕੀ ਰੋਗ ਸ਼ੁਰੂ ਹੋਏ। ਜੇ ਇਹ ਰੋਗ ਨਾ ਲੱਗਦਾ ਤੇ ਬਾਕੀ ਰੋਗ ਨਹੀਂ ਲੱਗਣੇ ਸੀ। ਪਹਿਲਾ ਰੋਗ ਕਿਹੜਾ? ਵਿਛੋੜਾ। ਆਹ ਜੜ ਆ। ਹੁਣ ਲਾਓ ਹਿਸਾਬ ਕਿ ਉਸ ਵੈਦ ਨੇ ਰੋਗ ਜੜ ਤੋਂ ਨਹੀਂ ਫੜਿਆ ਤੇ ਗੁਰੂ ਜੀ ਨੇ ਰੋਗ ਜੜ ਤੋਂ ਫੜ ਲਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੜ ਤੋਂ ਰੋਗ ਲੱਗਾ ਤੈਨੂੰ। ਸਭ ਤੋਂ ਪਹਿਲਾਂ ਰੋਗ ਕਿਹੜਾ ਲੱਗਾ? ਦੁੱਖ ਵਿਛੋੜਾ। ਕਹਿੰਦੇ ਸਭ ਤੋਂ ਪਹਿਲਾਂ ਦੁੱਖ ਲੱਗਾ ਪਰਮਾਤਮਾ ਤੋਂ ਵਿਛੜਨ ਦਾ। ਹੁਣ ਵਿਚਾਰ ਕਰਿਓ ਜਰਾ, ਜੇ ਆਪਾਂ ਰੁੱਖ ਵੱਢ ਦਈਏ ਜੜ੍ਹਾਂ ਬਾਕੀ ਦੇ, ਰੋਗ ਪੁੰਗਰੇਗਾ। ਸਰੀਰ ਦਾ ਰੋਗ ਠੀਕ ਕਰ ਲਈਏ ਪਰ ਪਰਮਾਤਮਾ ਤੋਂ ਵਿਛੋੜਾ ਦੂਰ ਨਾ ਹੋਵੇ ਤੇ ਰੋਗ ਪੁੰਗਰਨਗੇ। ਸਰੀਰ ਹੋਰ ਮਿਲਣਗੇ, ਉਹਨਾਂ ਸਰੀਰਾਂ 'ਚ ਦੁੱਖ ਹੋਰ ਲੱਗਣਗੇ। ਸਿਰਫ ਧਿਆਨ ਨਾਲ ਸਮਝਣਾ ਜਰਾ। ਸਿਰਫ ਆਪਾਂ ਤਾਪ ਤੇ ਹੀ ਖੜੇ ਹਾਂ, ਅਜੇ ਤੁਰੇ ਨਹੀਂ ਅਜੇ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਪਹਿਲਾ ਰੋਗ ਲੱਗਾ ਵਿਛੋੜੇ ਦਾ, ਇਹਨੂੰ ਕਹਿੰਦੇ ਆਦਿ ਰੋਗ, ਇਹ ਆਦਿ ਰੋਗ ਹੈ। ਫਿਰ ਲੱਗਾ ਵਿਆਦ। ਠੀਕ ਹੈ। ਆਦਿ ਰੋਗ ਕਹਿੰਦੇ ਨੇ ਮਾਨਸਿਕ ਰੋਗ ਜਿਹੜਾ ਵਿਛੋੜੇ ਦਾ ਲੱਗਾ। ਵਿਆਦ ਰੋਗ ਕਹਿੰਦੇ ਸਰੀਰਕ ਰੋਗ
ਹੁਣ ਧਿਆਨ ਦਿਓ, ਹੁਣ ਪਰਮਾਤਮਾ ਤੋਂ ਵਿਛੜੇ ਸੀ ਆਤਮਾ, ਸਰੀਰ 'ਚ ਆ ਗਈ, ਠੀਕ ਹੈ ਨਹੀਂ, ਉਹਦੇ ਵਿਛੋੜੇ 'ਚ ਕਈ ਪਾਪ ਕਰ ਬੈਠੀ, ਕਈ ਮਾੜੇ ਕਰਮ ਕਰ ਬੈਠੀ, ਤੇ ਫਿਰ ਸਰੀਰ 'ਚ ਰੋਗ ਪੈਦਾ ਹੋ ਗਏ। ਠੀਕ ਹੈ, ਜਿਹੜੀ ਆਪਾਂ ਪੰਕਤੀ ਪੜ੍ਹਦੇ ਭਗਤ ਫਰੀਦ ਜੀ ਦੀ, ਇਹ ਭਗਤ ਫਰੀਦ ਸਾਹਿਬਾਂ ਨੇ ਵੀ ਬੜੇ ਪਿਆਰ ਨਾਲ ਕਿਹਾ, ਕਹਿੰਦੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪੀਤਮ ਕਿਹੋ ਬਿਰਹੇ ਜਾਲੀ। ਫਰੀਦ ਸਾਹਿਬਾਂ ਨੂੰ ਪਤਾ ਕੀ ਹੋਇਆ, ਆਪਾਂ ਕਹਿੰਦੇ ਕਾਲੀ ਕੋਇਲ, ਉਹਨਾਂ ਨੇ ਕੋਇਲ ਨੂੰ ਸੰਬੋਧਨ ਕੀਤਾ, ਕਿਸੇ ਕੋਇਲ ਨੂੰ ਸੰਬੋਧਨ ਨਹੀਂ ਕੀਤਾ, ਕਿਸੇ ਕੋਇਲ ਦੀ ਗੱਲ ਨਹੀਂ ਕੀਤੀ ਉਹਨਾਂ ਨੇ। ਕਾਲੇ ਕਾਂ ਵੀ ਹੈਗੇ, ਕਾਲੀਆਂ ਇੱਲਾਂ ਵੀ ਹੈਗੀਆਂ, ਕਾਲੀਆਂ ਮੱਝਾਂ ਵੀ ਹੈਗੀਆਂ, ਕਾਲੇ ਕੁੱਤੇ ਵੀ ਹੈਗੇ, ਇਹੋ ਜਿਹੀ ਕੋਈ ਗੱਲ ਨਹੀਂ। ਉਹਨੇ ਲਿਖਿਆ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਉਹਨੇ ਕੋਇਲ ਆਤਮਾ ਨੂੰ ਕਿਹਾ। ਆਪਣੀ ਆਤਮਾ ਦੇ ਨਾਲ ਭਗਤ ਫਰੀਦ ਜੀ ਵਿਚਾਰ ਕਰਨ ਲੱਗੇ, ਆਪਣੀ ਆਤਮਾ ਨਾਲ, ਆਪਣੀ ਆਤਮਾ ਨਾਲ ਜਦੋਂ ਵਿਚਾਰ ਕਰਨ ਲੱਗੇ, ਆਪਣੀ ਆਤਮਾ ਨੂੰ ਪੁੱਛਿਆ ਉਹਨਾਂ ਨੇ, ਕਿਉਂਕਿ ਉਹਨਾਂ ਨੇ ਬੜੀ ਭਗਤੀ ਕੀਤੀ, ਬੜੀ ਜਦੋਜਹਿਦ ਕੀਤੀ, ਬੜੇ ਤਪ ਕੀਤੇ, ਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਸੀ, ਆਤਮਾ ਦੀ ਪਹਿਚਾਣ ਨਹੀਂ ਹੁੰਦੀ ਸੀ, ਆਤਮਾ ਸਾਫ਼ ਨਹੀਂ ਹੁੰਦੀ ਸੀ। ਬੜੇ ਉਹਨਾਂ ਤਪ ਕੀਤੇ, ਬੜਾ ਆਪਣੇ ਆਪ ਨੂੰ ਖਪਾਇਆ। ਤਾਂ ਤੇ ਲਿਖਿਆ ਫਰੀਦ ਸੀ ਨੇ, ਤਨ ਨਾ ਤਪਾਏ ਤਨੂਰ ਜੋ ਬਾਲਣ ਹੱਡ ਨਾ ਬਾਲ, ਤਾਂ ਲਿਖਿਆ। ਕਹਿੰਦੇ ਮੈਂ ਬੜੀ ਜਦੋਜਹਿਦ ਕੀਤੀ ਪਰ ਕੁਛ ਨਹੀਂ ਮੈਨੂੰ ਮਿਲਿਆ। ਫਿਰ ਆਪਣੀ ਆਤਮਾ ਨਾਲ ਗੱਲ ਕਰਨ ਲੱਗੇ, ਬਹਿ ਕੇ ਆਰਾਮ ਨਾਲ, ਆਪਣੀ ਆਤਮਾ ਨੂੰ ਕਹਿੰਦੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਕਹਿੰਦੇ ਆਤਮਾ ਹੈਗੀ ਤੇ ਤੂੰ ਕੋਇਲ ਵਾਂਗੂ ਬੋਲਦੀ। ਕੋਇਲ ਅੱਖਰ ਪਤਾ ਕਿਉਂ ਵਰਤਿਆ? ਕੋਇਲ ਅੱਖਰ ਤਾਂ ਵਰਤਿਆ ਜਦੋਂ ਅੰਬਾਂ ਨੂੰ ਬੂਰ ਪੈਂਦਾ ਨਾ, ਉਦੋਂ ਕੋਇਲ ਆ ਕੇ ਬੋਲਦੀ, ਉਸ ਤੋਂ ਪਹਿਲਾਂ ਨਹੀਂ ਬੋਲਦੀ। ਤੇ ਗੁਰੂ ਸਾਹਿਬ ਫਰੀਦ ਜੀ ਕਹਿੰਦੇ ਇਸ ਜਾਮੇ 'ਚ ਅੰਬਾਂ ਨੂੰ ਬੂਰ ਪੈ ਸਕਦਾ ਹੈ, ਅੰਬ ਲੱਗ ਸਕਦੇ, ਪ੍ਰਕਾਸ਼ ਹੋ ਸਕਦਾ ਹੈ, ਇਸ ਜਾਮੇ ਵਿੱਚ ਆਤਮਾ ਤੂੰ ਆਈ ਹੈ, ਤੂੰ ਬੋਲ ਸਕਦੀ ਹੈ। ਕਹਿੰਦਾ ਭਾਵ ਤਾਂ ਤੂੰ ਕੋਇਲ ਹੈ, ਪਿਛਲੇ ਜਾਮੇ 'ਚ ਤੂੰ ਬੋਲ ਨਹੀਂ ਸਕਦੀ ਸੀ। ਤਾਂ ਉਹਨਾਂ ਨੇ ਕਿਹਾ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਧਿਆਨ ਦਿਓ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ। ਉਹਨੇ ਆਪਣੀ ਆਤਮਾ ਨੂੰ ਪੁੱਛਿਆ ਕਿ ਤੈਨੂੰ ਮੌਕਾ ਲੱਗਿਆ ਬੋਲਣ ਦਾ, ਪਰ ਦੱਸ ਤੂੰ ਕਾਲੀ ਕਿਹੜੇ ਔਗਣ ਕਰਕੇ ਆ? ਤੇ ਆਤਮਾ ਨੇ ਜਵਾਬ ਦਿੱਤਾ ਅੱਗੋਂ। ਕੀ ਕਹਿੰਦੀ ਆਤਮਾ? ਸੁਣਿਓ, ਆਤਮਾ ਕਹਿੰਦੀ ਆਪਣੇ ਪੀਤਮ ਕੇ ਹੋ ਬਿਰਹੇ ਜਾਲੀ। ਕਹਿੰਦੀ ਫਰੀਦ ਜੀ ਐਸ ਸਰੀਰ 'ਚ ਆਉਣ ਤੋਂ ਪਹਿਲਾਂ, ਐਸ ਸਰੀਰ 'ਚ ਆਉਣ ਤੋਂ ਪਹਿਲਾਂ ਮੈਂ ਬੜੇ ਸਰੀਰ ਭੋਗੇ ਇਹੋ ਜਿਹੇ, ਐਸੇ ਘਰ ਹਮ ਬਹੁਤ ਵਸਾਏ। ਕਹਿੰਦੇ ਮੈਂ ਇਹੋ ਜਿਹੇ ਸਰੀਰ ਬੜੇ ਭੋਗੇ ਆ। ਤੇ ਉਹ ਆਤਮਾ ਕਹਿਣ ਲੱਗੀ ਉਹਨਾਂ ਸਰੀਰਾਂ ਅੰਦਰ ਪਰਮਾਤਮਾ ਦੇ ਵਿਛੋੜੇ 'ਚ, ਆਪਣੇ ਪਤੀ ਦੇ ਵਿਛੋੜੇ 'ਚ, ਉਹ ਆਤਮਾ ਕਹਿੰਦੀ, ਕੋਇਲ ਕਹਿੰਦੀ ਕਿ ਮੈਂ ਬੜੇ ਪਾਪ ਕਰ ਬੈਠੀ, ਉਹਨਾਂ ਪਾਪਾਂ ਦੀ ਮੈਲ ਚੜ੍ਹੀ ਹੈ, ਤਾਂ ਮੇਰਾ ਰੰਗ ਕਾਲਾ ਹੋ ਗਿਆ, ਤਾਂ ਤੈਨੂੰ ਮੇਰੇ 'ਚੋਂ ਪ੍ਰਕਾਸ਼ ਦਿਖਾਈ ਨਹੀਂ ਦੇ ਰਿਹਾ। ਅਸੀਂ ਕੋਇਲ ਦੀ ਗੱਲ ਕਰ ਛੱਡੀ ਫੜ ਕੇ। ਸੋ ਧਿਆਨ ਨਾਲ ਫੜਨਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਇਹ ਪ੍ਰਕਾਸ਼ ਆ। ਇਹਨਾਂ ਸਾਨੂੰ ਆਤਮਾ ਤੇ ਪਰਮਾਤਮਾ ਬਾਰੇ ਸਮਝਾਉਣਾ ਤੇ ਦਿੱਤੀਆਂ ਉਦਾਹਰਨਾਂ, ਠੀਕ ਹੈ। ਤੇ ਕੀ ਸਮਝਾਉਣ ਲੱਗੇ ਹੁਣ ਧਿਆਨ ਦੇਣਾ। ਕਹਿਣ ਲੱਗੇ ਆਦ ਫਿਰ ਵਿਆਦ। ਵਿਆਦ ਦਾ ਭਾਵ ਸਰੀਰਕ ਰੋਗ ਕਿੱਥੋਂ ਪੈਦਾ ਹੋਏ? ਜਿਹੜੇ ਇਸ ਆਤਮਾ ਨੇ ਉਸ ਪਰਮਾਤਮਾ ਦੇ ਵਿਛੋੜੇ ਵਿੱਚ, ਇਹਦੇ ਵਿੱਚ ਬਹਿ ਕੇ ਚੰਗੇ ਮਾੜੇ ਕਰਮ ਕੀਤੇ, ਉਹਨਾਂ ਦੇ ਰੋਗ ਬਣ ਗਏ। ਇਹਨੂੰ ਵਿਆਦ ਕਹਿੰਦੇ ਆ। ਫਿਰ ਉਪਾਦ। ਉਪਾਦ ਕਿਹੜੇ ਰੋਗ ਆ? ਧਿਆਨ ਦੇਣਾ, ਉਪਾਦ ਰੋਗ ਕਿਹੜੇ ਆ? ਇਸ ਸਰੀਰ ਵਿੱਚ ਰਹਿੰਦਿਆਂ ਕੋਈ ਅਚਨਚੇਤ ਘਟਨਾ ਘਟ ਗਈ। ਕਿੱਦਾਂ ਕਿ ਆਪਾਂ ਤੁਰੇ ਜਾਣ ਦੇ ਸਾਂ ਆਰਾਮ ਨਾਲ, ਐਕਸੀਡੈਂਟ ਹੋ ਗਿਆ, ਲੱਤ ਟੁੱਟ ਗਈ, ਤੇ ਮਨ 'ਚ ਉਪਾਦ ਖੜਾ ਹੁੰਦਾ ਕਿ ਮੈਂ ਕਿਸੇ ਦਾ ਕੀ ਵਿਗਾੜਿਆ ਸੀ, ਮੈਂ ਇਹਨੂੰ ਕੀ ਕਿਹਾ ਸੀ, ਮੇਰੇ 'ਚ ਗੱਡੀ ਮਾਰ ਕੇ ਲੱਤ ਤੋੜ ਗਿਆ। ਝਗੜਾ ਖੜਾ ਹੁੰਦਾ, ਉਪਾਦ ਖੜਾ ਹੁੰਦਾ, ਠੀਕ ਹੈ। ਬਖੇੜਾ ਖੜਾ ਹੁੰਦਾ। ਕਹਿੰਦੇ ਇਸ ਬਖੇੜੇ ਦਾ ਨਾਂ ਉਪਾਦ ਆ, ਠੀਕ ਹੈ। ਇਹ 3 ਰੋਗ ਨੇ ਜਿਹੜੇ ਇਸ ਆਤਮਾ ਨੂੰ ਲੱਗੇ ਹੋਏ ਆ। ਤੇ ਗੁਰੂ ਸਾਹਿਬਾਨ ਕਹਿਣ ਲੱਗੇ ਭਾਈ ਧਿਆਨ ਦੇਈਂ, ਤਿੰਨੇ ਤਾਪ ਨਿਵਾਰਨਹਾਰਾ। ਕਹਿੰਦੇ ਇਹ ਤਿੰਨੇ ਦੇ ਤਿੰਨੇ ਤਾਪ ਨਿਵਾਰਨਹਾਰਾ, ਦੂਰ ਕਰਨ ਦੀ ਤਾਕਤ ਹੈ। ਕੌਣ? ਨਾਮ। ਗੁਰੂ ਦੇ ਚਰਨਾਂ 'ਚੋਂ ਲਈ ਹੋਈ ਦਵਾਈ, ਸਰਬ ਰੋਗਾ ਔਖਦ ਨਾਮ। ਕਹਿੰਦਾ ਇਸ ਨਾਮ ਕੋ ਤਾਕਤ ਹੈ, ਸ਼ਬਦ ਕੋ ਤਾਕਤ ਆ। ਕੈਸੀ ਤਾਕਤ ਆ? ਇਹ ਤੇਰੇ ਤਿੰਨੇ ਤਾਪ ਖਤਮ ਕਰ ਸਕਦਾ, ਹੋਰ ਕੋਈ ਨਹੀਂ ਕਰ ਸਕਦਾ। ਦੁੱਖ ਹੰਤਾ ਸੁਖ ਰਾਸ। ਵਿਚਾਰ ਕਰਨਾ, ਤਿੰਨੇ ਤਾਪ ਨਿਵਾਰਨਹਾਰਾ, ਦੁੱਖ ਹੰਤਾ। ਦੁੱਖ ਕੀ? ਵਿਛੋੜਾ। ਹੰਤਾ ਕੀ? ਨਾਸ਼ ਕਰਨ ਵਾਲਾ। ਸੁਖ ਰਾਸ।
ਕਹਿੰਦਾ ਭਾਵ ਤੈਨੂੰ ਸੁੱਖ ਰਾਸ ਆ ਜਾਏਗਾ, ਆਤਮਿਕ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਤੈਨੂੰ। ਸੁੱਖ ਸੰਸਾਰੀ ਸੁੱਖਾਂ ਦੀ ਗੱਲ ਨਹੀਂ ਕੀਤੀ, ਆਤਮਿਕ ਆਨੰਦ ਦੀ ਪ੍ਰਾਪਤੀ ਹੋ ਜਾਏਗੀ। ਗੁਰੂ ਸਾਹਿਬਾਨ ਕਹਿਣ ਲੱਗੇ ਸੁੱਖ ਰਾਸ ਤਾਂ ਕੋ ਵਿਗਨ ਕੋ ਲੱਗੇ। ਕਹਿੰਦੇ ਉਹਨੂੰ ਐ ਸਿਮਰਨ ਕਰਨ ਲੱਗਿਆ ਕੋਈ ਵਿਗਨ ਨਹੀਂ ਲੱਗਦਾ। ਗੱਲ ਸਿਮਰਨ ਦੀ ਹੈ। ਕਹਿੰਦੇ ਆ ਦਵਾਈ ਖਾਣ ਲੱਗਿਆ ਉਸ ਬੰਦੇ ਨੂੰ ਕੋਈ ਰੁਕਾਵਟ ਨਹੀਂ ਆਉਂਦੀ, ਤਾਂ ਕੋ ਵਿਗਨ ਨਾ ਕਹੂ ਲੱਗੇ। ਕਾਹਦੀ ਗੱਲ ਚੱਲਦੀ? ਗੱਲ ਤੇ ਨਾਮ ਦੀ ਚੱਲਣ ਰਹੀ ਹੈ। ਕਹਿੰਦੇ ਉਹਨੂੰ ਦਵਾਈ ਖਾਣ ਲੱਗਿਆ ਕੋਈ ਰੁਕਾਵਟ ਨਹੀਂ ਪੈਂਦੀ। ਤੇ ਸੱਚ ਜੇ ਬੰਦਾ ਦਵਾਈ ਲੈ ਤੇ ਆਉਂਦਾ, ਪਰ ਰੁਕਾਵਟਾਂ ਪੈਂਦੀਆਂ, ਮਨ ਨਹੀਂ ਮੰਨਦਾ। ਛੱਡ ਯਾਰ, ਕੀ ਦਵਾਈਆਂ ਖਾਈ ਜਾਵੇ ਯਾਰ, ਹੈ ਨਾ। ਇਹ ਤਾਂ ਕੋ ਵਿਗਨ ਨਾ ਕਹੂ ਲੱਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਹੁਣ ਅਰਦਾਸ ਦਾ ਮਤਲਬ ਕੀ ਹੈ? ਠੀਕ ਹੈ, ਪੜ੍ਹਨਾ ਬਾਣੀ ਚੋਂ। ਬਾਣੀ 'ਚ ਲਿਖਿਆ ਹੈ ਅਰਦਾਸ ਕਿਹਨੂੰ ਕਹਿੰਦੇ ਆ? ਕਹਿੰਦੇ ਸਤ ਸੰਤੋਖ ਹੋਏ ਅਰਦਾਸ, ਤਾਂ ਸੁਣ ਸਦ ਮੁਹੱਲੇ ਪਾਸ। ਕਹਿੰਦੇ ਸਤ ਤੇ ਸੰਤੋਖ ਅਰਦਾਸ ਆ। ਸਤ ਤੇ ਸੰਤੋਖ। ਸਤ ਕੀ ਹੈ? ਤੁਹਾਡੇ ਨਾਲ ਕੀ ਹੋ ਰਿਹਾ ਹੈ, ਇਹ ਸੱਚ ਹੈ। ਸੰਤੋਖ ਕੀ ਹੈ? ਕਿ ਜੋ ਕੁਝ ਵੀ ਤੁਹਾਡੇ ਨਾਲ ਹੋ ਰਿਹਾ ਤੁਸੀਂ ਉਹਦੇ 'ਚ ਖੁਸ਼ ਹੋ। ਜੋ ਤਿਸ ਭਾਵੇਂ ਨਾਨਕਾ, ਸਹੀ ਗੱਲ ਚੰਗੀ ਹੈ। ਸੰਤੋਖ ਹੈ ਔਖਾ, ਪਰ ਸੰਤੋਖ ਤੋਂ ਬਗੈਰ ਗੱਲ ਨਹੀਂ ਬਣਨੀ। ਕਹਿੰਦੇ ਸਤ ਸੰਤੋਖ ਹੋਏ ਅਰਦਾਸ। ਇਹਦਾ ਮਤਲਬ, ਅਰਦਾਸ ਦਾ ਮਤਲਬ ਕੀ ਹੈ? ਭੰਨ 'ਚ ਰਹਿਣਾ, ਭੰਨ 'ਚ ਰਹਿਣਾ। ਕਹਿੰਦੇ ਤਾਂ ਕੋ ਵਿਗਨ ਨਾ ਕਹੂ ਲੱਗੇ। ਕਹਿੰਦੇ ਉਹਨੂੰ ਕੋਈ ਰੁਕਾਵਟ ਨਹੀਂ ਪੈਂਦੀ ਨਾਮ ਸਿਮਰਨ ਕਰਨ ਲੱਗਿਆ, ਆਹ ਦਵਾਈ ਖਾਣ ਲੱਗਿਆ, ਜਿਹੜਾ ਬੰਦਾ ਲਗਾਤਾਰ ਉਸ ਪਰਮਾਤਮਾ ਦੇ ਭਾਣੇ 'ਚ ਰਹਿੰਦਾ, ਉਹਦੇ ਹੁਕਮ 'ਚ ਰਹਿੰਦਾ। ਕੀ ਕਿ ਠੀਕ ਹੈ ਪਰਮਾਤਮਾ ਤੁਸੀਂ ਜੋ ਕਰ ਰਹੇ ਹੋ ਬੜਾ ਆਨੰਦ ਆ। ਜਿਹੜਾ ਉਹਦੇ ਭਾਣੇ ਵਿੱਚ ਰਹਿੰਦਾ, ਕਹਿੰਦੇ ਉਹਨੂੰ ਇਹ ਦਵਾਈ ਖਾਣ ਲੱਗਿਆ ਕੋਈ ਰੁਕਾਵਟ ਨਹੀਂ ਪੈਂਦੀ, ਕੋਈ ਵਿਗੜ ਨਹੀਂ ਆਉਂਦਾ। ਪਰ ਜਿਹੜਾ ਬੰਦਾ ਦੇ ਭਾਣੇ 'ਚ ਨਹੀਂ ਰਹਿੰਦਾ, ਕਹਿੰਦਾ ਉਹਨੂੰ ਦਵਾਈ ਖਾਣ ਲੱਗਾ ਰੁਕਾਵਟ ਆਉਂਦੀ ਹੈ, ਉਹ ਨਾਮ ਸਿਮਰਨ ਨਹੀਂ ਕਰ ਸਕਦਾ। ਉਹਦੇ ਕੋਲੋਂ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋਣਾ। ਕਿਹੜੀ ਗੱਲੋਂ? ਬਾਣੀ 'ਚੋਂ ਪੜ੍ਹੀ ਜਾਓ। ਗੁਰੂ ਸਾਹਿਬਾਨ ਨੇ ਕਿਹਾ ਅਗਰ ਸ਼ਬਦ ਨਾਲ ਜੁੜਨਾ ਹੈ ਤੇ ਸਭ ਤੋਂ ਪਹਿਲਾਂ ਗੁਰੂ ਚਰਨਾਂ ਦੇ ਨਾਲ ਜੁੜ ਤੇ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ। ਗੁਰਬਾਣੀ ਕਹਿੰਦੀ ਹੈ, ਕਹਿੰਦੀ ਰੋਸ ਨਾ ਕੀਜੇ, ਅੰਮ੍ਰਿਤ ਪੀਜੇ, ਰਹਿਣ ਨਹੀਂ ਸੰਸਾਰੇ। ਕਹਿੰਦੇ ਕਦੀ ਵੀ ਉਸ ਪਰਮਾਤਮਾ ਦੀ ਕੀਤੀ ਹੋਈ ਤੇ ਕਦੀ ਗਿਲਾ ਨਹੀਂ ਕਰਨਾ। ਆਪਾਂ ਕਰਦੇ ਹਾਂ, ਆਪਾਂ ਕਰਦੇ ਹਾਂ। ਠੀਕ ਹੈ ਨਹੀਂ, ਆਹ ਠੀਕ ਨਹੀਂ ਹੋਇਆ, ਉਹ ਠੀਕ ਨਹੀਂ ਹੋਇਆ, ਆਹ ਮੇਰੇ ਨਾਲ ਗਲਤ ਹੋਣ ਡਿਆ। ਕਹਿੰਦੇ ਜਿੱਥੇ ਗਿਲਾ ਕਰੇਗਾ ਉੱਥੇ ਕਦੀ ਵੀ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋਣਾ। ਉੱਥੇ ਤੇਰੇ ਕੋਲ ਦਵਾਈ ਖਾਧੀ ਨਹੀਂ ਜਾਣੀ। ਤੇ ਜਿੱਥੇ ਦਵਾਈ ਨਹੀਂ ਖਾਏਗਾ ਉੱਥੇ ਤੰਦਰੁਸਤੀ ਨਹੀਂ ਹੋਣੀ, ਠੀਕ ਨਹੀਂ ਹੋਣਾ। ਠੀਕ ਹੈ, ਰੋਸ ਨਾ ਕੀਜੇ। ਦੇਖੋ ਅੰਮ੍ਰਿਤ ਪੀਜੇ। ਅੰਮ੍ਰਿਤ ਕੀ? ਅੰਮ੍ਰਿਤ ਨਾਮ ਪਰਮੇਸ਼ਰ ਤੇਰਾ ਜੋ ਸਿਮਰੇ ਸੋ ਜੀਵੇ। ਤੇ ਨਾਮ ਕੀ ਹੈ? ਦਵਾਈ, ਔਸ਼ਧੀ। ਠੀਕ ਹੈ, ਔਖਦ। ਔਖਦ ਕੀ ਨੂੰ ਕਹਿੰਦੇ ਆ? ਔਸ਼ਧੀ ਨੂੰ। ਸਰਬ ਰੋਗਾ ਔਖਦ ਨਾਮ। ਕਹਿੰਦੇ ਸਾਰਿਆਂ ਰੋਗਾਂ ਦੀ ਔਸ਼ਧੀ ਕੀ ਹੈ? ਕੇਵਲ ਤਾਂ ਕੇਵਲ ਨਾਮ ਸਿਮਰਨ। ਹੁਣ ਕਰੋਗੇ ਕੀ? ਉਹ ਆਪ ਜੀ ਨੂੰ ਸਮਝਾਉਂਦੇ ਪਿਆ। ਕਹਿੰਦੇ ਭਈ ਰੋਸ ਨਾ ਕੀਜੇ, ਅੰਮ੍ਰਿਤ ਪੀਜੇ, ਰਹਿਣ ਨਹੀਂ ਸੰਸਾਰੇ। ਕਹਿੰਦਾ ਜਿਸ ਸੰਸਾਰ ਕਰਕੇ ਤੂੰ ਗੁਰੂ ਨਾਲ ਪਰਮਾਤਮਾ ਨਾਲ ਗਿਲਾ ਕਰਦਾ ਪਿਆ, ਇਸ ਸੰਸਾਰ ਦੇ ਵਿੱਚ ਤੇਰਾ ਸਦਾ ਰਹਿਣਾ ਨਹੀਂ ਹੈਗਾ। ਤੇ ਛੱਡ ਪਰਾਂ, ਫਿਰ ਇਹਦੇ ਕਰਕੇ ਕਦੋਂ ਗਿਲਾ ਕਰਨ ਡਿਆ? ਦਵਾਈ ਖਾ, ਔਸ਼ਧੀ ਲੈ, ਨਾਮ ਸਿਮਰਨ ਕਰ, ਕਰ ਨਾਮ ਸਿਮਰਨ। ਪਰ ਮਨ ਨਹੀਂ ਮੰਨਿਆ। ਕਿਉਂ ਨਹੀਂ ਮੰਨਿਆ? ਕਿਉਂਕਿ ਭਾਣੇ 'ਚ ਨਹੀਂ ਸੀ। ਉਹਨਾਂ ਤਾਂ ਲਿਖਿਆ ਤਾਂ ਕੋ ਵਿਗਨ ਨਾ ਕਹੂ ਲਾਗੇ, ਜਾਂ ਕੀ ਪ੍ਰਭ ਆਗੇ ਅਰਦਾਸ। ਕਹਿੰਦੇ ਜਿਸ ਪ੍ਰਾਣੀ ਦੀ ਪਰਮਾਤਮਾ ਦੇ ਚਰਨਾਂ 'ਚ ਲਗਾਤਾਰ ਅਰਦਾਸ ਰਹਿੰਦੀ ਹੈ, ਕਹਿੰਦਾ ਪਰ ਲਗਾਤਾਰ ਭਾਣੇ 'ਚ ਰਹਿੰਦਾ ਹੈ, ਉਹਦੇ ਅੰਦਰ ਇਹ ਨਾਮ ਦੀ ਦਵਾਈ ਟਿਕ ਜਾਂਦੀ, ਉਹ ਨਾਮ ਦੀ ਦਵਾਈ ਖਾ ਲੈਂਦਾ ਹੈ। ਉਹਨਾਂ ਤਾਂ ਲਿਖਿਆ, ਕਹਿੰਦੇ ਬਿਰਾਜਤ ਰਾਮ ਕੋ ਪ੍ਰਤਾਪ। ਕਹਿੰਦਾ ਜਿੱਥੇ ਉਸ ਪਰਮਾਤਮਾ ਦੇ ਨਾਮ ਦਾ ਬਲ ਜਿਹੜਾ ਹੈ, ਸ਼ਬਦ ਜਿਹੜਾ ਹੈ ਬਿਰਾਜਮਾਨ ਹੋ ਜਾਂਦਾ, ਟਿਕ ਜਾਂਦਾ ਹੈ। ਕਹਿੰਦੇ ਆਦ ਵਿਆਦ ਉਪਾਦ ਸਭ ਨਾਸੀ, ਨਾਸ਼ ਹੋ ਜਾਂਦੇ। ਕਹਿੰਦਾ ਠੀਕ ਹੈ, ਬਿਨ ਸੇ ਤਿੰਨੇ ਤਾਪ। ਕਹਿੰਦਾ ਤਿੰਨ ਦੇ ਤਿੰਨੇ ਤਾਪ ਵਿਨਾਸ਼ ਹੋ ਜਾਂਦੇ, ਖਤਮ ਹੋ ਜਾਂਦੇ ਨੇ। ਕਹਿੰਦਾ ਭਾਵ ਕਿ ਧਿਆਨ ਦੇਣ ਵਾਲੀ ਗੱਲ ਹੈ। ਜਿਹਦੀ ਜੜੀ ਪੁੱਟੀ ਗਈ ਉੱਥੇ ਮੁੜ ਕੇ ਕੁਝ ਉਗਣਾ ਨਹੀਂ ਹੈ। ਤੇ ਜਿਹਦਾ ਪਰਮਾਤਮਾ ਨਾਲੋਂ ਵਿਛੋੜਾ ਹੀ ਖਤਮ ਹੋ ਗਿਆ, ਉਹਨੂੰ ਫਿਰ ਦੁਬਾਰਾ ਜਨਮ ਮਿਲਣਾ ਹੀ ਨਹੀਂ ਹੈ। ਤੇ ਜਨਮ ਮਿਲੂਗਾ ਤਾਂ ਰੋਗ ਪੈਦਾ ਹੋਣਗੇ ਨਾ, ਜਨਮ ਮਿਲਣਾ ਹੀ ਕੋਈ ਨਹੀਂ। ਪਰ ਕਿਹਨੂੰ ਨਹੀਂ ਮਿਲਣਾ? ਜਿਹਨੂੰ ਸੇਵਿਆ ਤੈਨੂੰ ਪਾਇਆ ਮਾਨ।
जिन्हें नाम सिमरन किया, जिन्हें औषधि खाधी है, जिन्हें सिमरन की वरतों की है, जिन्हें दवाई खाधी है। हुण जिन्हें दवाई खाधी नहीं वो बंदा कहे भी मैं तो एवें ही नहीं पाडियां मार रहे दवाई खा के आराम आजदा, मैं तो बड़ी खाधी है। गुरु प्यारिओ तुसीं जिंदगी च विचार करके देखियो, जिंदगी च कोई इंसान चलो मन्निया दवाई घट खांदा, दवाई घट खांदा, पर उन्हें दवाई थोड़ी बहुती भी खाधी है ना, थोड़ी बहुती भी, तो पछाण हो जाती है भी इन्हें दवाई खाधी हैगी है। की कहता, कहता भावें मैं लगातार नहीं खाधी पर मैं थोड़ी जी खाधी, फर्क पिया तो है। ठीक है, तो गुरु साहबान कहते हैं कह तुम्हें थोड़ी जी खा के देख ला, भावें किनका एक जिस जीव बसावे ताकि महिमा गणी ना आवे। कहता खा के तो देख, तू तो खाधी नहीं, तू तो सिमरन किया ही नहीं, तू तो वाहिगुरू वाहिगुरू किया ही नहीं। उदा ही कही जाना, लै असी गुरु घर जाते नहीं, असी वाहिगुरू वाहिगुरू करते नहीं। भाई किते वाहिगुरू वाहिगुरू कर ते वाहिगुरू वाहिगुरू करदा अपने अंदर वाहिगुरू दे नाल जुड़, शब्द दे नाल जुड़, ये ना होवे। गुरु जी कहते दे राम राम सब को कहे, कह राम ना होए। हुण तुसीं लाओ ना साहब भी एक पुरानी निक्का बच्चा सीगा, हुण दवाई देन लगे। ठीक है, दवाई देन लगे, जदों उन्होंने दवाई देन लगे तो उन्हें अपना गला घुट लिया, दवाई अंदर गई नहीं, थुकती उन्हें, वो ठीक नहीं होने। डॉक्टर साहब को गए, डॉक्टर साहब ठीक नहीं होने, बच्चे को कोई फर्क नहीं पैन दिया। डॉक्टर साहब कहते यार दवाई तो बहुत टॉप दी है, मैं मनता ही नहीं बच्चा ठीक ना हो, है ना, तुम तो मेरी डॉक्टरी फेल कर रहे हो, जी दवाई देंगे हो, दिने। तो पिता जी कहते देखो इदा है, झूठ नहीं बोलना, डॉक्टर साहब दवाई दिने जरूर है पर थोड़ी कौड़ी है, ये लंघाउंदा ही नहीं है, मूँह में तो पाउंदा है पर लंघाउंदा नहीं है। फिर डॉक्टर साहब कहते भी देखो पर भी किदा ठीक होगा, वही हाल है भी असी राम राम करते जरूर हाँ पर असी भी लंघाउंदे नहीं, असी उस राम शब्द नूं मन तक पहुँचाउंदे ही नहीं है। तो कितों ठीक हो जाए, कितों ठीक हो जाए। वाहिगुरू वाहिगुरू जो करना है तो गुरु प्यारी साध संगत दवाई अंदर तक जानी चाहिए। कहता भाव कि शब्द की सिमरन की आराधना करद्या साडा सुत शब्द का मिलाप होना चाहिए, अंदर तक जानी चाहिए, तंग पैदा होनी चाहिए, खिच पैदा होनी चाहिए, तां गल बननी, वरना गल नहीं बननी, गल नहीं बननी। वही चीज़ गुरु जी आप जी समझाते पे आ, कहते भाई विचार करके देख, कहते ताप गवाया गुरपूरे। कहता जो पूर्ण गुरु है, प्रकाश जोड़ा है, इनू पता है, की पता है, कहते इनू पता है कि तेन रोग किहड़ा है, और इनू पता है रोग शुरू कित्थों है। कहते हाँ, कहते फिर ये दर तो जी दवाई मिलती है ना वो खा लै, जे तू दवाई खा लेना तो तेरा ताप दूर हो जाएगा। कहता भाव आद व्याध ते उपाद ये तीन तेनों ताप लगे ने, ये तिने दे तिने खत्म हो जाएंगे, तिने ताप निवारण वाला। कहते तिने दे तिने ताप निवारण योग है, खत्म करन योग आ। इसका मतलब कि परमात्मा का तेरा नाम है, शब्द जड़ा है तेरे परमात्मा तक पहुँचाने दे योग है, तेरा विछोड़ा खत्म कर देगा, तेनों परमात्मा नाल मिला देगा। पर मिलिया तां जाऊगा जे दवाई खाएगा, तो जे औषधि खाएगा, तो जो खाएगा नहीं तो फिर तो कोई फायदा ही नहीं। ठीक है, सो हर चीज़ की विचार करके देखना, जे विचार नहीं तो एक गल पल्ले बन के देखो, फिर असी कुछ नहीं लभ्या, फिर असी कुछ नहीं पढ़िया। जो आप कहने ना कि मैं पाठ किया है, पाठ करने का मकसद पता की है कि सानू गुरबाणी पढ़द्या इस गुरु की बाणी की सोझी आ जाए, और जो गुरु ग्रंथ साहब जी कराना चाहते असी करन जोगे हो जाइए। गुरु ग्रंथ साहब जी पढ़ के देखो, 1430 अंग ने। एक गल बड़े जोर दे के कहते पातशाह, कहते इस युग में शोभा नाम की बिन नामे शोभ ना होए। दसो, कहते कल युग का समय च नाम नहीं वड्याई है, बिना नाम तो बिना शब्द तो तेरी दरगाह च वड्याई नहीं होनी, तेनों किसी टीम नहीं मारनी। तो भाई नाम ना जुड़, शब्द ना जुड़। जे तू शब्द ना नहीं जुड़ता, जे तू नाम ना नहीं जुड़ता, तो भाई एक गल पल्ले बन के देखी। कहता कि
ਕਹਿੰਦੇ ਫਿਰ ਜਨਮ ਹੋਰ ਲੈਣੇ ਪੈਣਗੇ। ਕਿਉਂ ਜਨਮ ਕਿਉਂ ਲੈਣੇ ਪੈਣਗੇ? ਕਹਿੰਦੇ ਕਿਉਂਕਿ ਤੇਰੀ ਜਿਹੜੀ ਬਿਮਾਰੀ ਹੈ ਉਹ ਜੜ ਤੋਂ ਖਤਮ ਨਹੀਂ ਹੋਈ, ਤੇਰਾ ਪਰਮਾਤਮਾ ਨਾਲੋਂ ਵਿਛੋੜਾ ਖਤਮ ਨਹੀਂ ਹੋਇਆ, ਇਸ ਕਰਕੇ ਤੈਨੂੰ ਜਨਮ ਹੋ ਲੈਣੇ ਪੈਣਗੇ। ਆਪ ਜੀ ਪੜ੍ਹ ਦਿਓ ਬਾਣੀ ਚੋਂ, ਜੇ ਕਿਤੇ ਮਨ ਵਿੱਚ ਆ ਜਾਵੇ ਵੀ ਯਾਰ ਜਨਮ ਲੈਣੇ ਪੈਣਗੇ, ਕਿਉਂ ਲੈਣੇ ਪੈਣਗੇ? ਮੈਂ ਤਾਂ ਗੁਰੂ ਦੇ ਲੜ ਲੱਗਾ, ਮੈਂ ਤਾਂ ਗੁਰੂ ਘਰ ਜਾਣਾ, ਮੈਂ ਤਾਂ ਸੇਵਾ ਕਰਦਾ। ਤੇ ਆਓ ਪੜ੍ਹ ਲਓ ਪੰਕਤੀ, ਗੁਰਬਾਣੀ 'ਚ ਪੰਕਤੀ ਆਉਂਦੀ ਆ, ਇੱਥੇ ਨਾਮੋਂ ਭੁੱਲਿਆ, ਇੱਥੇ ਨਾਮੋਂ ਭੁੱਲਿਆ, ਫਿਰ ਹੱਥ ਕਥਾਉ ਨਾ ਪਾਏ, ਜੋਨੀ ਸਭ ਭੁਆਈਆਂ ਨਾ ਬਿਸਤਾ ਮਾਇਆ ਸਮਾਏ। ਦੱਸੋ ਇੱਥੇ ਦਾ ਮਤਲਬ ਕੀ ਹੈ? ਮਨੁੱਖੀ ਜੀਵਨ ਜਿੱਥੇ ਆਪਾਂ ਹੁਣ ਬੈਠੇ ਹਾਂ। ਦੇਖੋ ਇੱਥੇ ਕਿਹਨੂੰ ਕਹਿੰਦੇ ਆ? ਜਿੱਥੇ ਆਪਾਂ ਪ੍ਰੈਜੈਂਟ ਹੈ ਉਹਨੂੰ ਆਪਾਂ ਇੱਥੇ ਕਹਿੰਦੇ। ਹੁਣ ਪ੍ਰੈਜੈਂਟ ਕਿੱਥੇ ਆਪਾਂ? ਮਨੁੱਖ ਸਰੀਰ ਦੇ ਅੰਦਰ। ਕਹਿੰਦਾ ਜੇ ਮਨੁੱਖ ਸਰੀਰ ਅੰਦਰ ਮਨਾਂ ਤੂੰ ਬੈਠਾ ਵੀ ਨਾਮ ਤੋਂ ਭੁੱਲਿਆ ਹੈ, ਸ਼ਬਦ ਤੋਂ ਭੁੱਲਿਆ ਹੈ, ਸੁੱਤ ਸ਼ਬਦ ਦਾ ਮਿਲਾਪ ਨਹੀਂ ਹੈ ਤੇਰਾ, ਤੂੰ ਗੁਰੂ ਗ੍ਰੰਥ ਸਾਹਿਬ ਦੇ ਮਾਰਗ ਤੇ ਨਹੀਂ ਚੱਲਦਾ, ਤਾਂ ਹੱਥ ਕਤਾਉ ਨਾ ਪਾਏ। ਕਹਿੰਦੇ ਕਿਤੇ ਹੱਥ ਨਹੀਂ ਪਾਉਣਾ, ਇਹਦਾ ਮਤਲਬ ਕਿਤੇ ਵੀ ਤੈਨੂੰ ਨਾਮ ਨਾਲ ਜੁੜਨ ਦਾ ਮੌਕਾ ਨਹੀਂ ਮਿਲਣਾ। ਕਹਿੰਦਾ ਫਿਰ ਕਿਉਂ? ਤੇ ਉਹ ਕਿੱਡੀ ਵਧੀਆ ਗੱਲ ਲਿਖੀ, ਕਹਿੰਦੇ ਜੋਨੀ ਸਭ ਭੁਆਈਆਂ ਨੂੰ, ਕਹਿੰਦਾ ਸਾਰੀਆਂ ਜੋਨਾਂ ਦੁਬਾਰਾ ਕਮਾਇਆ ਜਾਏਗਾ। ਦੁਬਾਰਾ ਜਿਹੜਾ ਆਪਾਂ ਕਹਿ ਦਿੰਦੇ ਨਾ ਹੌਲੀ ਜੀ ਵੀ ਤੂੰ ਫਲਾਣੀ ਜੋਨ 'ਚ ਪੈ ਜਾਏਗਾ, ਟਮਕਾਣੀ ਜੋਨ 'ਚ ਪੈ ਜਾ, ਸਾਰੀਆਂ ਜੋਨਾਂ ਕਮਾਏ ਜਾਓਗੇ ਜੇ ਨਾਮ ਸਿਮਰਨ ਨਹੀਂ ਕੀਤਾ ਤੇ। ਠੀਕ ਹੈ, ਜੋਨੀ ਸਭ ਭੁਆਈਆਂ ਨੂੰ ਬਿਸਤਾ ਮਾਏ ਸਮਾਏ। ਬਿਸਤਾ ਕਿਹਨੂੰ ਕਹਿੰਦੇ? ਨਰਕਾਂ ਨੂੰ। ਨਰਕ ਕੀ ਹੈ? ਜੰਮਣਾ ਤੇ ਮਰਨਾ, ਗਰਭ। ਕਹਿੰਦੇ ਫਿਰ ਇੱਦਾਂ ਆ, ਇਸ ਗਰਭ ਦੇ ਨਰਕ ਵਿੱਚ ਪਿਆ ਰਹੇਗਾ, ਜੰਮਦਾ ਮਰਦਾ ਰਹੇਗਾ, ਜੇ ਤੂੰ ਐਸ ਮਨੁੱਖੀ ਜੀਵਨ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਸੁੱਤ ਸ਼ਬਦ ਦਾ ਮਿਲਾਪ ਨਹੀਂ ਕਰਦਾ, ਨਾਮ ਨਾਲ ਨਹੀਂ ਜੁੜਦਾ। ਸਾਨੂੰ ਪੈ ਗਿਆ ਭੁਲੇਖਾ, ਆਪਾਂ ਕੀ ਕਹਿਤਾ? ਠੀਕ ਆ, ਬਾਣੀ ਪੜ੍ਹਦੇ ਆਪਾਂ, ਪਾਠ ਕਰਦੇ ਆਪਾਂ, ਬਾਣੀ ਪੜ੍ਹੋ, ਪਰ ਗੁਰਬਾਣੀ ਦੀ ਵਿਚਾਰ ਕਰੋ ਵੀ ਗੁਰਬਾਣੀ ਸਾਨੂੰ ਕਿਹਦੇ ਨਾਲ ਜੋੜਦੀ ਹੈ, ਗੁਰਬਾਣੀ ਸਾਨੂੰ ਕਿਸ ਮਾਰਗ ਤੇ ਚਲਾਉਣਾ ਚਾਹੁੰਦੀ ਹੈ। ਗੁਰਬਾਣੀ ਕੇਵਲ ਤਾਂ ਕੇਵਲ ਨਾਮ ਦੀ ਗੱਲ ਕਰਦੀ ਹੈ। ਆਪ ਜੀ ਜਿੱਥੋਂ ਮਰਜ਼ੀ ਗੁਰਬਾਣੀ ਪੜ੍ਹ ਕੇ ਦੇਖੋ, ਕੇਵਲ ਨਾਮ ਦੀ ਗੱਲ ਕਰਦੀ ਹੈ। ਠੀਕ ਹੈ, ਆਪ ਜੀ 1149 ਅੰਗ ਦੇ ਉੱਤੇ ਪੜ੍ਹੋ ਕੀ ਲਿਖਿਆ ਜੇ। ਪਾਤਸ਼ਾਹ ਨੇ ਗੁਰਬਾਣੀ ਪੜ੍ਹਦਿਆਂ 1149 ਅੰਗ ਤੇ ਪਹੁੰਚਿਆ, ਸਹਿਜ ਪਾਠ ਕਰਦਿਆਂ 1149 ਅੰਗ ਦੇ ਉੱਤੇ ਜਦੋਂ ਪਹੁੰਚੀ ਬਿਰਤੀ, ਤੇ ਉੱਥੇ ਜਦੋਂ ਪੜ੍ਹਿਆ ਤੇ ਗੁਰੂ ਸਾਹਿਬਾਨ ਬੜੇ ਪਿਆਰ ਨਾਲ ਕਹਿਣ ਲੱਗੇ, ਕਹਿੰਦੇ ਭਾਈ ਗੱਲ ਸੁਣ, ਤੂੰ ਇੰਨੇ ਅੰਗ ਪੜ੍ਹ ਲਏ? ਕਹਿੰਦਾ ਪੜ੍ਹ ਲਏ। ਕਹਿੰਦੇ ਫਿਰ ਮੇਰੀ ਗੱਲ ਸੁਣੋ। ਦੱਸੋ ਪਾਤਸ਼ਾਹ? ਤੇ ਕੀ ਕਹਿਣ ਲੱਗੇ? ਕਹਿੰਦੇ ਲਾਜ ਮਰੇ ਜੋ ਨਾਮ ਨਾ ਲੇਵੇ। ਦੇਖੋ ਕਹਿੰਦੇ ਬੇਸ਼ੱਕ ਤੂੰ ਚੰਗਾ ਕੀਤਾ, ਤੂੰ ਇੰਨੀ ਗੁਰਬਾਣੀ ਪੜ੍ਹੀ ਹੈ, ਪਰ ਧਿਆਨ ਕਰੀ, ਕਹਿੰਦੇ ਸ਼ਰਮ 'ਚ ਮਰ ਜਾ ਜੇ ਤੂੰ ਇੰਨੇ ਅੰਗ ਪੜ੍ਹ ਕੇ ਵੀ ਤੈਨੂੰ ਸੋਝੀ ਨਹੀਂ ਆਈ, ਔਰ ਤੇਰੀ ਸੁੱਤ ਸ਼ਬਦ ਦਾ ਮਿਲਾਪ ਨਹੀਂ ਹੋਇਆ, ਔਰ ਤੂੰ ਨਾਮ ਸਿਮਰਨ ਨਹੀਂ ਕੀਤਾ। ਕਹਿੰਦੇ ਲਾਜ ਮਰੇ ਜੋ ਨਾਮ ਨਾ ਲੇਵੇ। ਦੱਸੋ, ਜੇ ਸ਼ਰਮ 'ਚ ਮਰ ਜਾਏ ਜਿਹੜਾ ਬੰਦਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਵੀ ਨਾਮ ਸਿਮਰਨ ਨਹੀਂ ਕਰਦਾ। ਫਿਰ ਅੱਗੇ ਦੇਖੋ ਕੀ ਲਿਖਿਆ, ਹਰ ਇੱਕ ਚੀਜ਼ ਨੂੰ ਪੜ੍ਹਨਾ। ਕਹਿੰਦੇ ਨਾਮ ਬਿਹੂਣ ਸੁਖੀ ਕਿਉਂ ਸੋਵੇ। ਕਹਿੰਦਾ ਨਾਮ ਤੋਂ ਸਖਣੀ ਤੇਰੀ ਬਿਰਤੀ। ਸੁਖੀ ਦਾ ਭਾਵ ਕੀ? ਆਤਮਿਕ ਆਨੰਦ। ਸੌਣ ਦਾ ਭਾਵ ਕੀ ਹੈ? ਮਿਲਾਪ ਹੋਣਾ ਪਰਮਾਤਮਾ ਨਾਲ। ਠੀਕ ਹੈ, ਕਹਿੰਦੇ ਬਿਨਾਂ ਨਾਮ ਤੋਂ ਤੇਰੀ ਬਿਰਤੀ ਸਖਣੀ ਪਰਮਾਤਮਾ 'ਚ ਕਿਵੇਂ ਮਿਲ ਸਕਦੀ ਹੈ, ਕਿਵੇਂ ਆਤਮਿਕ ਆਨੰਦ ਦੀ ਪ੍ਰਾਪਤੀ ਕਰ ਸਕਦੀ ਹੈ। ਫਿਰ ਦੇਖੋ ਕੀ ਲਿਖਿਆ, ਹਰ ਸਿਮਰਨ ਛਾੜ ਪਰਮਗਤ ਚਾਹੇ, ਮੂਲ ਬਿਨਾ ਸਾਖਾ ਗਤ ਆਹੇ। ਕਹਿੰਦੇ ਹਰਿ ਦਾ ਸਿਮਰਨ ਛੱਡਿਆ, ਲੱਭਣ ਮੁਕਤੀਆਂ ਡਏ ਆਪਾਂ। ਕਹਿੰਦੇ ਮੂਲ ਬਿਨਾ ਸਾਖਾ ਗਤ ਆਹੇ। ਮੂਲ ਕਿਹਨੂੰ ਕਹਿੰਦੇ? ਮੁੱਢ ਨੂੰ। ਹੁਣ ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਸਮਝਦਾਰ ਬੈਠੇ ਹੋ, ਦੱਸੋ ਬਿਨਾਂ ਮੁੱਢ ਤੋਂ, ਬਿਨਾਂ ਤਣੇ ਤੋਂ ਕਦੀ ਕਿਸੇ ਨੂੰ ਟਹਿਣੀਆਂ ਲੱਗ ਸਕਦੀਆਂ? ਬਿਨਾਂ ਬੀਜ ਖਿਲਾਰਿਆ ਕਦੀ ਫਸਲ ਹੋ ਸਕਦੀ ਹੈ? ਤੇ ਉਹ ਕੀ ਕਹਿਣ ਡਿਆ, ਬਕੱਲੂ ਆਇਓ ਰੇ ਇੱਕ ਨਾਮ ਭੋ। ਕਹਿੰਦੇ ਕਲ ਜੁਗ ਆ ਗਿਆ, ਨਾਮ ਦੀ ਬਜਾਈ ਕਰ। ਆਪਾਂ ਕੀਤੀ ਨਹੀਂ ਕੀਤੀ। ਕਹਿੰਦੇ ਸਿਰਫ ਇਹੀ ਧਿਆਨ ਦੇ ਕਿ ਤੂੰ 1149 ਅੰਗ ਦੇ ਉੱਤੇ ਪਹੁੰਚ ਗਿਆ ਹੈ, ਤੇ ਤੂੰ ਅਜੇ ਵੀ ਇਹ ਗੱਲ ਨਹੀਂ ਸਮਝਿਆ ਕਿ ਇਸ ਮਨੁੱਖੀ ਜੀਵਨ ਦੇ ਅੰਦਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਕੇ ਸ਼ਬਦ ਨਾਲ ਜੁੜਨਾ ਜ਼ਰੂਰੀ ਹੈ, ਨਾਮ ਸਿਮਰਨ ਕਰਨਾ ਜ਼ਰੂਰੀ ਹੈ। ਔਰ ਕਰਨ ਦੀ ਹਦਾਇਤ ਮਿਲਦੀ ਪਈ ਗੁਰੂ ਸਾਹਿਬਾਂ ਦੇ ਚਰਨਾਂ 'ਚੋਂ, ਪਰ ਆਪਾਂ ਨੇ ਵਿਚਾਰ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਤਾਂ ਉਹਨਾਂ ਨੇ ਕਿਹਾ, ਕਹਿੰਦੇ ਜੇ ਤੂੰ ਨਾਮ ਨਾਲ ਜੁੜ ਜਾਣਾ, ਸ਼ਬਦ ਨਾਲ ਜੁੜ ਜਾਣਾ,
ਵੀ ਜੁੜ ਜਾਂਦਾ। ਠੀਕ ਹੈ। ਤੇ ਗੁਰੂ ਸਾਹਿਬਾਨ ਕਹਿਣ ਲੱਗੇ, ਕਹਿੰਦੇ ਚਰਨ ਕਮਲ ਪ੍ਰਭ ਰਿਧੇ ਨਿਵਾਸ। ਦੇਖੋ ਨਾਮ ਦੀ ਮਹਿਮਾ, ਨਾਮ ਦੀ ਕੀਮਤ ਦੇਖੋ, ਨਾਮ ਦੀ ਵਡਿਆਈ ਦੇਖੋ ਕੀ ਜੇ। ਕਹਿੰਦੇ ਚਰਨ ਕਮਲ ਪ੍ਰਭ ਰਿਧੇ ਨਿਵਾਸ, ਸਗਲ ਦੁਖ ਕਾ ਹੋਵਾ ਨਾਸ। ਚਰਨ ਨਾਮ ਨੂੰ ਕਹਿੰਦੇ, ਸ਼ਬਦ ਨੂੰ ਕਹਿੰਦੇ। ਕਹਿੰਦੇ ਚਰਨ ਕਮਲ, ਕਹਿੰਦਾ ਅਗਰ ਤੇਰੇ ਅੰਦਰ ਸ਼ਬਦ ਵਸ ਜਾਵੇ ਤੇ ਤੇਰੀ ਬਿਰਤੀ ਕਮਲ ਵਰਗੀ ਬਣ ਜਾਵੇ। ਕਮਲ ਕੀ ਹੈ? ਛੱਪੜ 'ਚ ਜਿਹੜਾ ਫੁੱਲ ਉੱਗਦਾ ਉਹ ਪਾਣੀ ਦੀ ਮਾਰ ਹੇਠਾਂ ਨਹੀਂ ਹੁੰਦਾ, ਉੱਚਾ ਹੁੰਦਾ। ਕਹਿੰਦਾ ਜੇ ਤੇਰੇ ਅੰਦਰ ਗੁਰੂ ਦਾ ਸ਼ਬਦ ਵਸ ਜਾਵੇ ਤੇ ਤੇਰੀ ਬਿਰਤੀ ਸੰਸਾਰ ਦੀ ਮਾਰ ਹੇਠਾਂ ਨਹੀਂ ਹੋਊਗੀ, ਉੱਚੀ ਹੋ ਜਾਊਗੀ। ਚਰਨ ਕਮਲ ਪ੍ਰਭ ਹਿਰਦੇ ਨਿਵਾਸ। ਕਹਿੰਦਾ ਕਿਤੇ ਇਹ ਸ਼ਬਦ ਤੇਰੇ ਹਿਰਦੇ 'ਚ ਵਸ ਜਾਵੇ, ਕਹਿੰਦਾ ਕਿਉਂ? ਸਗਲ ਦੁੱਖ ਕਾ ਹੋਵਾ ਨਾਸ। ਕਹਿੰਦਾ ਸਾਰੇ ਦੁੱਖਾਂ ਦਾ ਹੀ ਨਾਸ ਹੋ ਜਾਊ। ਗੱਲ ਤੇ ਨਾਮ ਦੀ ਹੈ ਨਾ, ਗੱਲ ਤੇ ਸ਼ਬਦ ਦੀ ਹੈ ਨਾ। ਜੇ ਕਿਤੇ ਇਹ ਸ਼ਬਦ ਟਿਕ ਜਾਵੇ ਸਾਡੇ ਅੰਦਰ, ਨਾਮ ਟਿਕ ਜਾਵੇ ਸਾਡੇ ਅੰਦਰ, ਤੇ ਗੁਰੂ ਸਾਹਿਬਾਨ ਕਹਿੰਦੇ ਫਿਰ ਤਾਪ ਗਵਾਇਆ ਗੁਰ ਪੂਰੇ। ਕਹਿੰਦਾ ਇਹ ਗੁਰੂ ਪੂਰਨ ਨੇ ਜਦੋਂ ਸਾਨੂੰ ਨਾਮ ਦੀ ਦਵਾਈ ਦਿੱਤੀ, ਤੇ ਜਿਹਨੇ ਇਹ ਔਸ਼ਧੀ ਛਕ ਲਈ, ਖਾ ਲਈ, ਜਿਹਨੇ ਨਾਮ ਸਿਮਰਨ ਕਰ ਲਿਆ, ਕਹਿੰਦੇ ਫਿਰ ਉਹਦਾ ਤਾਪ ਖਤਮ ਹੋ ਗਿਆ, ਉਹਦਾ ਇਹ ਤਾਪ ਗਵਾਇਆ ਗਿਆ, ਦੂਰ ਹੋ ਗਿਆ। ਕਹਿੰਦੇ ਫਿਰ ਕੀ ਹੋਇਆ? ਜਦੋਂ ਤਾਪ ਦੂਰ ਹੋਊਗਾ, ਹੁਣ ਧਿਆਨ ਦਿਓ, ਬੰਦੇ ਨੇ ਵੈਦ ਕੋਲ ਦਵਾਈ ਲਈ, ਬੁਖਾਰ ਲੱਥ ਗਿਆ। ਜਦੋਂ ਬੁਖਾਰ ਲੱਥ ਗਿਆ, ਉਹ ਤੁਰਨ ਫਿਰਨ ਜੋਗਾ ਹੋ ਗਿਆ, ਬਾਡੀ ਐਕਟਿਵ ਹੋ ਗਈ, ਉਹ ਸਾਰੇ ਕੰਮ ਕਰਨ ਲੱਗ ਪਿਆ, ਭੱਜਾ ਫਿਰਦਾ। ਕੀ ਕਹਿੰਦਾ? ਯਾਰ ਕਮਾਲ ਕਰਤੀ, ਬੜੀ ਦਵਾਈ ਤਾਕਤ ਹੈ ਯਾਰ, ਮੈਂ ਦਵਾਈ ਖਾਧੀ, ਮੈਂ ਠੀਕ ਹੋ ਗਿਆ, ਮੈਂ ਹੁਣ ਤੁਰ ਫਿਰ ਸਕਦਾ, ਮੈਂ ਕੰਮ ਕਰ ਸਕਦਾ, ਮੈਂ ਤੇ ਤੰਦਰੁਸਤ ਹੋ ਗਿਆ। ਤੇ ਗੁਰੂ ਸਾਹਿਬਾਨ ਨੇ ਕਹਿਣ ਲੱਗੇ, ਕਹਿੰਦੇ ਤਾਪ ਗਵਾਇਆ ਗੁਰ ਪੂਰੇ, ਵਾਜੇ ਅਨਹਦ ਤੂਰੇ। ਆਂਦਾ ਜਿਨ੍ਹਾਂ ਦਾ ਇਹ ਤਾਪ ਖਤਮ ਹੋ ਜਾਂਦਾ, ਜਿਨ੍ਹਾਂ ਦਾ ਇਹ ਬਿਰਤੀ ਬਣ ਜਾਂਦੀ ਹੈ, ਇਸ ਅਵਸਥਾ 'ਚ ਪਹੁੰਚ ਜਾਂਦੇ ਆ, ਕਹਿੰਦੇ ਫਿਰ ਉਹਨਾਂ ਦੀ ਤਾਕਤ ਆ ਜਾਂਦੀ ਅੰਦਰ। ਕਹਿੰਦੇ ਕੀ ਤਾਕਤ ਆ ਜਾਂਦੀ ਹੈ? ਕਹਿੰਦੇ ਵਾਜੇ ਅਨਹਦ ਤੂਰੇ। ਕਹਿੰਦੇ ਉਹਨਾਂ ਦੇ ਅੰਦਰ ਅਨਹਦ ਵਾਜੇ ਵੱਜਣ ਲੱਗ ਪੈਂਦੇ। ਅਨਹਦ ਕੀ ਹੈ? ਅਨਹਦ ਕੀ ਹੈ? ਅਨਹਦ ਦਾ ਮਤਲਬ ਕੀ ਹੈ? ਇੱਕ ਰਸ ਲਗਾਤਾਰ ਇੱਕ ਲੈਵਲ ਵਿੱਚ ਰਹਿਣਾ, ਉਹਨੂੰ ਅਨਹਦ ਕਹਿੰਦੇ ਆ, ਜਿਹਦੀ ਹੱਦ ਕੋਈ ਨਹੀਂ। ਜਿੱਦਣ ਸਾਡੀ ਬਿਰਤੀ ਇੱਕ ਰਸ ਵਿੱਚ ਚਲੀ ਗਈ, ਕਹਿੰਦਾ ਭਾਵ ਕਿ ਫਿਰ ਸਾਡੀ ਬਿਰਤੀ ਅਪ ਡਾਊਨ ਨਹੀਂ ਹੁੰਦੀ, ਉੱਚੀ ਨੀਵੀਂ ਨਹੀਂ ਹੁੰਦੀ। ਉਸ ਬਿਰਤੀ ਨੂੰ ਕਹਿੰਦੇ ਨੇ ਕਿ ਜਦੋਂ ਇਹ ਤਾਪ ਦੂਰ ਹੋਣਗੇ, ਜਦੋਂ ਇਹ ਸਾਡੀ ਬਿਮਾਰੀ ਠੀਕ ਹੋਊਗੀ, ਕਿਹਦੇ ਨਾਲ? ਨਾਮ ਨਾਲ, ਸਿਮਰਨ ਨਾਲ, ਤੇ ਸਾਡੇ ਅੰਦਰ ਅਨਹਦ ਵਾਜੇ ਵੱਜਣਗੇ। ਕਹਿੰਦਾ ਭਾਵ ਸਾਡੀ ਬਿਰਤੀ ਇੱਕ ਰਸ ਵਿੱਚ ਚਲੀ ਜਾਊਗੀ। ਹੁਣ ਇੱਕ ਰਸ ਕੀ ਹੈ? ਇੱਕ ਰਸ ਕੀ ਹੈ? ਜਿੱਦਣ ਸਾਡੀ ਬਿਰਤੀ ਉੱਚੀ ਹੋ ਜਾਂਦੀ ਹੈ, ਕੋਈ ਨਿੱਕਾ ਮੋਟਾ ਦੁੱਖ ਆਇਆ, ਨਿੱਕੀ ਮੋਟੀ ਕੋਈ ਗੱਲ ਹੋਈ, ਕੀ ਕਹੀਦਾ? ਉਹ ਛੱਡ ਪਰਾਂ ਯਾਰ, ਕੰਮ ਚੱਲਦੇ ਰਹਿੰਦੇ ਆ, ਕੋਈ ਗੱਲ ਨਹੀਂ, ਚੱਲਦੇ ਰਹਿੰਦੇ, ਇਹ ਸੰਸਾਰ ਦੀ ਖੇਡ ਹੈ ਨਾ। ਐਸੀ ਬਿਰਤੀ ਬਣ ਗਈ, ਹੁਣ ਇੱਕ ਰਸ ਵਿੱਚ ਰਹਿਣ ਲੱਗ ਪਈ ਬਿਰਤੀ। ਕਹਿੰਦਾ ਭਾਵਕ ਉਸ ਬਿਰਤੀ ਵਿੱਚ ਕਿਸੇ ਚੀਜ਼ ਦੀ ਪਰਵਾਹ ਨਹੀਂ। ਕੀ ਹੋਇਆ? ਕੀ ਹੋਣਾ ਚਾਹੀਦਾ ਸੀ? ਹੁਣ ਇਹ ਨਹੀਂ ਕਹਿੰਦਾ ਮਨ ਵੀ ਨਹੀਂ, ਇੱਦਾਂ ਨਹੀਂ ਹੋਣਾ ਚਾਹੀਦਾ ਸੀ, ਇੱਦਾਂ ਹੋਣਾ ਚਾਹੀਦਾ ਸੀ। ਫਿਰ ਉਹ ਨਹੀਂ ਕਹਿੰਦਾ ਵੀ ਕਿੱਦਾਂ ਤੇ ਕਿੱਦਾਂ ਨਹੀਂ, ਉਹ ਕਹਿੰਦਾ ਵੀ ਇੱਦਾਂ ਹੈ। ਹੁਣ ਪਰਮਾਤਮਾ ਜੋ ਕਰ ਰਿਹਾ ਬੜਾ ਵਧੀਆ ਕਰ ਰਿਹਾ, ਉਹਦੀ ਬਿਰਤੀ ਇੱਕ ਰਸ ਵਿੱਚ ਚਲੀ ਗਈ ਹੈ। ਕਹਿੰਦਾ ਆਪਾਂ ਬਿਲਕੁਲ ਇੱਕ ਰਸ ਨੂੰ ਮੰਨਦੀ ਹੈ, ਇੱਕ ਲੈਵਲ ਵਿੱਚ ਰਹਿੰਦੀ ਹੈ। ਹੁਣ ਬਿਰਤੀ ਉੱਚੀ ਨੀਵੀਂ ਨਹੀਂ ਹੁੰਦੀ, ਉਹਨੂੰ ਇੱਕ ਰਸ ਕਹਿੰਦੇ, ਉਹਨੂੰ ਅਨਹਦ ਕਹਿੰਦੇ। ਹੁਣ ਇਸ ਅਵਸਥਾ 'ਚ ਜਾਣ ਲਈ ਕੇਵਲ ਸਾਨੂੰ ਸ਼ਬਦ ਹੀ ਖੜ ਸਕਦਾ, ਨਾਮ ਹੀ ਖੜ ਸਕਦਾ ਇਸ ਬਿਰਤੀ ਵਿੱਚ। ਨਾਮ ਤੋਂ ਇਲਾਵਾ ਸਾਨੂੰ ਇੱਥੇ ਕੋਈ ਨਹੀਂ ਖੜ ਸਕਦਾ। ਠੀਕ ਹੈ। ਸ਼ਬਦ ਤੋਂ ਇਲਾਵਾ ਅਸੀਂ ਇੱਥੇ ਨਹੀਂ ਜਾ ਸਕਦੇ। ਜਿੰਨਾ ਮਰਜ਼ੀ ਆਪਾਂ ਜ਼ੋਰ ਲਾ ਲਈਏ, ਜਿੰਨਾ ਮਰਜ਼ੀ ਆਪਾਂ ਕਹਿ ਦਈਏ ਕਿ ਮੈਂ ਗੁਰੂ ਘਰ ਸੇਵਾ ਬੜੀ ਕੀਤੀ ਹੈ, ਚੰਗੀ ਗੱਲ ਹੈ, ਚੰਗੀ ਗੱਲ ਹੈ। ਸੇਵਾ ਕਰਨੀ ਮਾੜੀ ਗੱਲ ਨਹੀਂ ਹੈ। ਸੇਵਾ ਕਰਨ ਦੇ ਨਾਲ ਮਨ ਨੀਵਾਂ ਹੁੰਦਾ ਹੈ। ਸੇਵਾ ਕਰਨ ਦੇ ਨਾਲ ਮਨ ਨੀਵਾਂ ਹੁੰਦਾ ਹੈ, ਅਤੇ ਮਨ ਦਾ ਸ਼ਬਦ ਨਾਲ ਜੁੜਨਾ ਸੌਖਾ ਹੋ ਜਾਂਦਾ। ਪਰ ਇੱਕ ਭੁਲੇਖਾ ਕੱਢ ਦਿਓ ਕਿ ਵੀ ਮੈਂ ਸੇਵਾ ਕਰ ਲਈ ਹੈ ਅਤੇ ਹੁਣ ਮੈਨੂੰ ਕਿਸੇ ਸ਼ਬਦ ਦੀ ਲੋੜ ਨਹੀਂ ਹੈ, ਮੈਂ ਪਹੁੰਚ ਜਾਊਂਗਾ ਟਿਕਾਣੇ 'ਤੇ। ਇਹ ਨਹੀਂ ਹੋ ਸਕਦਾ। ਕਿਉਂ? ਜੀਰੋਆਂ ਇਕੱਠੀਆਂ ਕਰ ਲਈਏ, ਇੱਕ ਦੀਆਂ ਦੋ ਅਤੇ ਦੋ ਦੀਆਂ ਚਾਰ ਜੀਰੋ ਰਹਿੰਦੀ ਹੈ, ਉਹਦੇ ਅੱਗੇ ਏਕਾ ਲੱਗ ਜਾਵੇ ਅਤੇ ਜੀਰੋ ਦਾ ਮੁੱਲ ਪੈ ਜਾਂਦਾ, ਅਤੇ ਜੇ ਏਕਾ ਨਾ ਲੱਗੇ ਤਾਂ ਜੀਰੋਆਂ ਰਹਿ ਜਾਂਦੀਆਂ। ਗੁਰੂ ਜੀ ਕਹਿੰਦੇ ਗੁਰੂ ਘਰ ਦੀ ਸੇਵਾ ਕਰਦਿਆਂ ਪੁੰਨ ਦਾਨ ਕਰਦਿਆਂ ਅਗਰ ਤੇਰੇ ਅੰਦਰ ਸ਼ਬਦ ਦਾ ਟਿਕਾਅ ਬਣ ਜਾਵੇ, ਨਾਮ ਸਿਮਰਨ ਬਣ ਜਾਵੇ,
तेरी कीती सेवा का मुल वध जाऊगा। तो जे तू सेवा करद्या करद्या गुरु का कहना नहीं मन्निया, गुरु ग्रंथ साहिब के मार्ग पर नहीं चलिया, नाम सिमरन नहीं किया, तो तेरी सेवा जीरो है। हर एक चीज़ में फड़ियो, लहजे नाल लैके देखियो। जिन्ना चिर आपां इहदी विचार नहीं ना करांगे गल नहीं बननी। फिर गुरु साहब कहन लगे भी जे तेरी ये बिरती बन जाए, ठीक है, इस अवस्था तक पहुँच जावे तू, तो की होएगा? सर्ब कल्याण प्रभ कीने, सर्ब कल्याण प्रभ कीने, कर कृपा आप दीने। दसो, कहते भी इदा होगा जिस दिन तेरे अंदर ये अनहद शब्द वजन लग पे, कहता पर तेरी बिरती एक रस में चली जाए तो की होएगा? सर्ब कल्याण प्रभ कीने, कल्याण का भाव की होंदा? सुख। ठीक है, किवें? साडा कोई काम बन जाए, कल्याण हो गया यार, कल्याण हो गया। ठीक है, कहता भाव हो गया सर्ब कल्याण प्रभ कीने। कहते फिर देखी जिन्ने भी हर प्रकार के सुख ने ना, कहता फिर तेनों कहने की लोड़ नहीं, तू एक रस में चला गया। कहता परमात्मा आप ही करन लग पैंदा, आप ही कर कृपा आप दीने। कहते परमात्मा कृपा करके आप ही सब कुछ देन लग पैंदा है। की देन लग पैंदा है? अंदर ब्रह्म ज्ञान की अवस्था, अंदर सोची, अंदर दे विचार, सब कुछ परमात्मा आपे कर लग पैंदा है। कहता भाव कि तैनू जदोजहद करन दी लोड़ नहीं, तैनू जोर लाउण दी लोड़ नहीं। ठीक है भाई, फिर सारा कुछ परमात्मा आप करता है। कदों? जदों तेरी मन बिरती ऐस नाम रूपी औषधि नूं छक के, ते जदों तेरा ताप खत्म हो जाता, तेरा ये अंदर दी जिहड़ी प्रॉब्लम है, तकलीफ है, खत्म हो जाती है, तो की होंदा है? ऐसी बिरती बनती है अंदर कि तेरे अंदर प्रकाश पैदा होता है। ठीक है, हर चीज़ की विचार करके देखियो। जिद्दां आपां औषधि खाने, दवाई खाने, साडा शरीर ताकत चा दिंदा है, कहते इदां ही नाम की औषधि छक के साडे अंदर का प्रकाशित बल जिहड़ा ना वो वध जांदा है, आपे वध जांदा है, आपे वध जांदा है। ठीक है, साडी दूर दृष्टि जिहड़ी है वो अंदर परबल हो जाती है, ताकतवर हो जाती है। कित्थों ताकतवर हुई? क्योंकि दवाई खाधी है। जिहड़ा रोग सी वो ठीक हो गया, शरीर च ताकत आ गई है। तो गुरु साहब कहते हैं साडी सुरत अंदर भी फिर ताकत आ जाती है। ठीक है, तो ध्यान दो, हुण तंदुरुस्त बंदा है, तंदुरुस्त बंदा है, तो आपां की कहने उहदा नां रखदे, यार कमाल है, वो तो दवाई खा के हट्ठा कट्ठा हो गया, वो तो दवाई खा के हट्ठा कट्ठा हो गया, तो छाला मारदा फिरदा यार, बड़ी दवाई काम दी। तो इत्थे गुरु साहब ने नवां नां रखिया, कहते जिहड़ा नाम की दवाई खांदा है, शब्द की दवाई खांदा है, कहते फिर वो ये हट्टा कट्टा हो गया, वो अंतर्यामी हो जाता है, ताकत आई ना, बलवान हो गया ना। ठीक है, सो अपने आप ही पैदा होता सब कुछ। पढ़ियो, अगली पंक्ति आउंदी आ, बेदन सतगुर आप गवाई। बेदन किहड़ी है? पीड़ा। किहड़ी पीड़ा सी मेरे अंदर? मेरे अंदर पीड़ा सी कि मैनू मेरा खसम नहीं मैनू मिल रहा सी। मेरे अंदर पीड़ा सी जिथों मैं आया मैनू थां नहीं लभन रहा। मेरे अंदर पीड़ा सी कि मैं परमात्मा तो विछड़िया होया, पीड़ा सी। कहते जिद्दां ही मेरा ये ताप खत्म होया, बीमारी खत्म हुई, बेदन सतगुर आप गवाई। कहते परमात्मा ने आप ही तो सतगुर लिखिया। ठीक है भाई, कहते उस अकाल पुरख परमात्मा ने आप ही कृपा की, मेरे अंदरों वो बेदन वो पीड़ा खत्म कर दी। ठीक है, तो मैं परमात्मा च लीन हो गया। किने खत्म की? परमात्मा ने। कदों खत्म की? जदों मैं वैद कोलों दवाई लैके खाधी, जदों मैं गुरु रूपी वैद कोलों नाम की दवाई लैके खाधी। जे मैं ना दवाई खांदा तो शायद मैं इत्थे तक ना पहुँचता, मैं ठीक ही ना होंदा। ठीक है भाई, ठीक ही ना होंदा। हुण देखो कई बंदे की कहते, कहंदा यार जे तू दवाई ना खांदा तू मर जाना सी। इत्थे भी लिखिया, जे तू दवाई ना खांदा तू मर जाना सी। गुरबाणी च भी लिखिया, गुरबाणी च भी लिखिया। ठीक है, जे तू नाम की दवाई ना खाएगा तू मर जाएगा, तुहाडा भला हो जाए। ध्यान दो, मौत च फर्क आ। उत्थे शरीर नूं मौत आनी है, इत्थे होर मौत है, होर कोई मौत लिखी। किहड़ी मौत लिखी है? देखो पढ़ियो, कहंदे अत सुंदर
ਕੁਲੀਨ ਚਤੁਰ ਮੁਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ ਜਾਂ ਪ੍ਰੀਤ ਨਹੀਂ ਭਗਵੰਤ। ਮਰ ਜਾਣਾ ਸੀ ਕਿੱਦਾਂ? ਕਿਉਂਕਿ ਜੇ ਮੈਂ ਨਾਮ ਦੀ ਦਵਾਈ ਨਾ ਖਾਂਦਾ ਮੇਰਾ ਪਰਮਾਤਮਾ ਨਾਲ ਪਿਆਰ ਪੈਣਾ ਹੀ ਨਹੀਂ ਸੀ। ਅਤੇ ਮੈਂ ਪਰਮਾਤਮਾ, ਇੱਥੇ ਮੌਤ ਕਿਹੜੀ ਹੈ? ਬੇਮੁਖ ਹੋਣਾ। ਮੈਂ ਪਰਮਾਤਮਾ ਤੋਂ ਬੇਮੁਖ ਹੀ ਰਹਿਣਾ ਸੀ। ਆਹ ਮੌਤ ਜੀ, ਇੱਥੇ ਉਹ ਮੌਤ ਨਹੀਂ ਹੈ। ਮੌਤਾਂ 'ਚ ਬੜਾ ਫਰਕ ਹੈ। ਕਹਿੰਦੇ ਅਤ ਸੁੰਦਰ ਕੁਲੀਨ ਚਤੁਰ, ਕਹਿੰਦੇ ਭਾਵੇਂ ਮੈਂ ਅਤੀ ਦਾ ਸੁੰਦਰ ਹਾਂ, ਭਾਵੇਂ ਕੋਈ ਵੀ ਅਤੀ ਦਾ ਸੁੰਦਰ ਹੈ, ਕੁਲੀਨ ਸਾਫ ਸੁਥਰਾ ਹੈ, ਚਤੁਰ ਸਿਆਣਾ ਹੈ, ਮੁੱਖ ਗਿਆਨੀ, ਚਿਹਰੇ ਤੋਂ ਕੋਈ ਗਿਆਨੀ ਤਾਂ ਨਹੀਂ ਲੱਗਦਾ, ਅਤੇ ਧਨਵੰਤ ਬੜਾ ਅਮੀਰ ਹੈ। ਕਹਿੰਦੇ ਪੰਜੇ ਗੁਣ ਭਾਵੇਂ ਅੰਦਰ ਨੇ ਪਰ ਬਿਨਾਂ ਨਾਮ ਤੋਂ ਮ੍ਰਿਤਕ ਕਹੀਏ ਨਾਨਕਾ। ਕਹਿੰਦੇ ਇਹਨੂੰ ਮੁਰਦਾ ਹੀ ਕਹੋ, ਇਹ ਮਰਿਆ ਹੀ ਹੈ। ਜਾਂ ਪ੍ਰੀਤ ਨਹੀਂ ਭਗਵੰਤ, ਜਿਹਦੇ ਹਿਰਦੇ 'ਚ ਪਰਮਾਤਮਾ ਦੇ ਮਿਲਣ ਦੀ ਪ੍ਰੀਤ ਨਹੀਂ ਹੈ, ਪਿਆਰ ਨਹੀਂ ਹੈ, ਇਹ ਮੁਰਦਾ ਹੀ ਹੈ। ਇੱਥੇ ਫਿਰ ਮੁਰਦਾ ਕੀ ਹੈ? ਇੱਥੇ ਫਿਰ ਪਰਮਾਤਮਾ ਤੋਂ ਬੇਮੁਖ ਹੀ ਹੈ। ਹੁਣ ਲਾਓ ਸਾਹਿਬ, ਜੇ ਬੰਦਾ ਨਾਮ ਸਿਮਰਨ ਨਹੀਂ ਕਰਦਾ ਤੇ ਐਵੇਂ ਨਾ ਕਿਤੇ ਭੁਲੇਖੇ 'ਚ ਪੈ ਜਾਏ। ਗੁਰੂ ਜੀ ਕਹਿੰਦੇ ਬੇਮੁਖ ਹੀ ਹੈ ਪਰਮਾਤਮਾ ਤੋਂ। ਹੁਣ ਸਾਡੇ ਤੇ ਮਨ 'ਚ ਆਊਗਾ, ਅਸੀਂ ਤੇ ਲੜ ਲੱਗੇ ਹਾਂ, ਲੜ ਲੱਗੇ। ਫਿਰ ਗੁਰੂ ਜੀ ਕੀ ਕਹਿੰਦੇ? ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਤੇ ਆਈ। ਜਾਣਦੇ ਹੋ, ਸਿੱਖ ਸੰਤ ਸਭ ਸਰਸੇ ਹੋਏ ਹਰ ਹਰ ਨਾਮ ਤੇ ਆਈ। ਕੀ ਕਹਿੰਦੇ? ਸਿੱਖ ਕਹਿੰਦੇ ਜਿਨ੍ਹਾਂ ਨੇ ਗੁਰੂ ਕੋਲੋਂ ਸਿੱਖਿਆ ਲਈ, ਜਿਨ੍ਹਾਂ ਨੇ ਗੁਰੂ ਕੋਲੋਂ ਸਿੱਖਿਆ ਲਈ। ਹੁਣ ਅੱਗੇ ਸੰਤ ਆ ਗਿਆ, ਦੋ ਲਫ਼ਜ਼ ਆ ਗਏ। ਕਹਿੰਦੇ ਜਿਨ੍ਹਾਂ ਨੇ ਸਿੱਖਿਆ ਲਈ ਤੇ ਅੱਗੇ ਸੰਤ ਹੈ। ਸੰਤ ਕਿਹਨੂੰ ਕਹਿੰਦੇ ਆ? ਸੰਤ ਕੋਈ ਪਹਿਰਾਵਾ ਨਹੀਂ ਹੈ। ਇਹ ਨਹੀਂ ਕਿ ਗੋਲ ਪਟਕੇ ਪਾ ਕੇ ਗਲ 'ਚ ਸਰੋਪੇ ਪਾ ਕੇ ਕੋਈ ਸੰਤ ਬਣ ਗਏ। ਸੰਤ ਕੋਈ ਬਾਣਾ ਨਹੀਂ ਹੈ। ਸੰਤ ਕੀ ਚੀਜ਼ ਹੈ? ਜਿਸ ਦਿਨ ਸਾਡੇ ਅੰਦਰ ਦੇ ਫੁਰਨੇ ਸੁੰਨ ਹੋ ਗਏ ਔਰ ਸਾਡੀ ਆਤਮਿਕ ਬਿਰਤੀ ਉੱਚੀ ਹੋ ਗਈ ਸੀ, ਸੰਤ ਬਣ ਗਏ। ਅੰਦਰ ਦੇ ਫੁਰਨੇ ਨੂੰ ਸੁੰਨ ਹੋ ਜਾਣ ਤੇ ਸੰਤ ਆ, ਤੇ ਜੇ ਅਜੇ ਫੁਰਨੇ ਫੁਰਦੇ ਸੰਸਾਰੀ ਦੇ ਸੰਤ ਨਹੀਂ ਹੈ। ਕਹਿੰਦੇ ਸਿੱਖ ਫਿਰ ਸੰਤ, ਠੀਕ ਹੈ, ਧਿਆਨ ਦਿਓ। ਸਭ ਸਰਸੇ, ਕਹਿੰਦਾ ਗੁਰੂ ਕੋਲ ਸਿੱਖਿਆ ਲੈ ਕੇ ਜਦੋਂ ਅੰਦਰ ਦੇ ਫੁਰਨੇ ਸੁੰਨ ਹੋਏ ਤੇ ਕੀ ਹੋਇਆ? ਸਾਰਸੇ, ਸਰਸੇ ਨਹੀਂ ਹੈ, ਜਗ੍ਹਾ ਦਾ ਨਾਂ ਨਹੀਂ ਹੈ, ਲਿਖਿਆ ਇੱਦਾਂ ਹੀ ਹੈ ਪਰ ਸਾਰਸੇ ਹੈ। ਕਹਿੰਦਾ ਪਰ ਸਾਡੀ ਵੀ ਬਿਰਤੀ ਉਸ ਰਸ ਵਿੱਚ ਪਹੁੰਚ ਗਈ ਜਿਸ ਰਸ ਤੱਕ ਗੁਰੂ ਜੀ ਪਹੁੰਚੇ, ਜਿਸ ਰਸ ਤੱਕ ਗੁਰਮੁਖ ਪਿਆਰੇ ਪਹੁੰਚੇ ਆ, ਜਿਸ ਰਸ ਤੱਕ ਕੋਈ ਭਗਤ ਪਿਆਰਾ ਪਹੁੰਚਿਆ। ਸਾਰਸੇ ਕਹਿੰਦਾ ਅਸੀਂ ਉਸੇ ਰਸ 'ਚ ਪਹੁੰਚ ਗਏ ਹੋਏ, ਉੱਥੇ ਚਲੇ ਗਏ। ਕਿੱਦਾਂ ਚਲੇ ਗਏ? ਕਹਿੰਦਾ ਕਿਸੇ ਨੇ ਪੁੱਛਿਆ ਤੇ ਗੁਰੂ ਜੀ ਕਹਿੰਦੇ ਹਰ ਹਰ ਨਾਮ ਤੇ ਆਈ। ਕਹਿੰਦਾ ਇਹਨਾਂ ਨੇ ਉਸ ਪਰਮਾਤਮਾ ਦਾ ਨਾਮ ਤੇ ਆਇਆ ਹੈ, ਨਾਮ ਤੇ ਆ ਕੇ ਨਾਮ ਦੀ ਦਵਾਈ ਖਾ ਕੇ ਇਹ ਤੰਦਰੁਸਤ ਹੋਏ ਨੇ, ਤਾਂ ਇਹਨਾਂ ਦੇ ਅੰਦਰ ਦੇ ਫੁਰਨੇ ਸੁੰਨ ਹੋਏ ਆ। ਤੁਸੀਂ ਦੇਖੋ ਨਾ, ਬੰਦਾ ਬਿਮਾਰ ਆ, ਫੁਰਨੇ ਫੁਰਦੇ ਕੀ, ਮੈਂ ਨਹੀਂ ਬਚਣਾ, ਹੁਣ ਮੈਂ ਨਹੀਂ ਬਚਣਾ। ਘਰਦਿਆਂ ਨੂੰ ਕੀ ਕਹਿੰਦਾ? ਉਹ ਯਾਰ ਗੱਲ ਸੁਣੋ, ਆ ਤੁਸੀਂ ਕਰਾ ਲਓ ਜਿੱਥੇ ਸੈਨ ਸੁਨ ਕਰਾਉਣੇ ਆ, ਮੈਂ ਨਹੀਂ ਬਚਣਾ। ਉਹ ਤੈਨੂੰ ਹੋਇਆ ਕੀ? ਐਵੇਂ ਢਿੱਗੀ ਢਾਈ ਜਾਂਦੇ, ਕੋਈ ਨਹੀਂ ਤੁਸੀਂ ਦਵਾਈ ਖਾਓ। ਉਹਨੇ ਨਹੀਂ, ਮੈਂ ਨਹੀਂ ਬਚਣਾ, ਮੈਂ ਨਹੀਂ ਬਚਣਾ, ਮੈਂ ਦੱਸਣ ਡਿਆ ਹੁਣ ਮੈਂ ਮਰ ਜਾਣਾ। ਘਰ ਦੇ ਬਤੇਰਾ ਕਹਿੰਦੇ ਪਰ ਉਹਦੇ ਮਨ 'ਚ ਵਿਚਾਰ ਪੈਦਾ ਹੋਣ ਡਿਆ ਮੈਂ ਬਚਣਾ ਨਹੀਂ। ਪਰ ਜੇ ਦਵਾਈ ਖਾਣ ਲੱਗ ਪਏ, ਘਰ ਦੇ ਕਹਿੰਦੇ ਦਵਾਈ ਖਾ ਠੀਕ ਹੋ ਜਾਏਗਾ। ਗੁਰੂ ਸਾਹਿਬ ਮੈਨੂੰ ਕਹਿੰਦੇ ਮਨਾ ਨਾਮ ਦੀ ਦਵਾਈ ਖਾ, ਤੂੰ ਤੰਦਰੁਸਤ ਹੋ ਜਾਏਗਾ, ਤੂੰ ਬਚ ਜਾਏਗਾ। ਕਿੱਥੋਂ? 84 ਦੇ ਗੇੜ 'ਚੋਂ ਬਚ ਜਾਏਗਾ, ਅਗਲੇ ਜਨਮਾਂ 'ਚ ਜਾਣ ਤੋਂ ਬਚ ਜਾਏਗਾ। ਤੰਦਰੁਸਤ ਹੋ ਕੇ ਵਾਪਸ ਆਪਣੇ ਘਰ ਚਲ ਜਾਏਗਾ। ਤੂੰ ਉਸੇ ਤਾਕਤ 'ਚ ਆ ਜਾਏਗਾ, ਉਸੇ ਰੂਪ 'ਚ ਆ ਜਾਏਗਾ ਜਿਸ ਰੂਪ ਦੇ ਵਿੱਚੋਂ ਤੂੰ ਵਿਛੜ ਕੇ ਸੰਸਾਰ 'ਚ ਆਇਆ ਹੈ, ਜਿਸ ਤਾਕਤ 'ਚੋਂ ਵਿਛੜ ਕੇ ਸੰਸਾਰ 'ਚ ਆਇਆ ਹੈ। ਦੁਬਾਰਾ ਉਸੇ ਤਾਕਤ 'ਚ ਉਸੇ ਰੂਪ 'ਚ ਚਲਿਆ ਜਾਏਗਾ ਜੇ ਤੂੰ ਦਵਾਈ ਖਾ ਲਏਗਾ, ਜੇ ਤੂੰ ਨਾਮ ਸਿਮਰਨ ਕਰ ਲਏਗਾ। ਆਹ ਗੱਲ ਗੁਰੂ ਜੀ ਕਹਿ ਰਹੇ। ਗੌਰ ਹੀ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ। ਕਿਉਂ ਨਹੀਂ ਪਈ? ਕਿਉਂਕਿ ਅਸੀਂ ਸੋਚਿਆ ਹੀ ਨਹੀਂ ਕਿ ਯਾਰ ਸਾਡੇ ਮਨ ਨੂੰ ਕੋਈ ਤਾਪ ਚੜ੍ਹਿਆ ਤੇ ਇਹ ਆਪਾਂ ਖਤਮ ਕਰਨਾ। ਸਰੀਰ ਦੇ ਤਾਪ ਲਈ ਤੇ ਵੈਦ ਦਵਾਈ ਦਿੰਦਾ, ਆਪਾਂ ਖਾ ਲਈ। ਜਿਹੜਾ ਮਨ ਨੂੰ ਤਾਪ ਚੜ੍ਹਿਆ ਇਹਦੀ ਦਵਾਈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਮਿਲਣੀ ਹੈ। ਇਹ ਇੱਥੋਂ ਲੈਣੀ ਸੀਗੀ ਤੇ ਲੈ ਕੇ ਛਕ ਲਓ, ਠੀਕ ਹੋ ਜਾਣਾ। ਸੋ ਗੁਰੂ ਪਿਆਰਿਓ, ਸਮਾਂ ਹੋ ਗਿਆ। ਆਓ ਇੱਥੇ ਸਮਾਪਤੀ ਕਰਦੇ, ਫਤਿਹ ਕੇ ਜਾਈਏ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।